ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਦੁਨੀਆ ਭਰ ਦੇ ਵਿੱਚ ਸਾਨੂੰ ਵੱਖ-ਵੱਖ ਮਾਧਿਅਮਾਂ ਦੇ ਜ਼ਰੀਏ ਇਸ ਵੇਲੇ ਖਬਰਦਾਰ ਪੰਜਾਬ ਟੀਵੀ ਦੇ ਉੱਤੇ ਸਾਡੇ ਵਿਲੱਖਣ ਸ਼ੋਅ ਟਾਕਿੰਗ ਪੰਜਾਬ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇਸਤਕਬਾਲ ਕਰਦਾ, ਸਾਰਿਆਂ ਦਾ ਸਵਾਗਤ ਕਰਦਾ, ਸਾਰਿਆਂ ਨੂੰ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਮਸਲੇ ਨੇ, ਪਰ ਅੱਜ ਅਸੀਂ ਇੱਕ ਹੋਰ ਜਿਹੜੀ ਡੂੰਘੀ ਗੱਲ ਹੈ ਜਿਸ ਨੂੰ ਅਸੀਂ ਬਾਰੀਕ ਬੀਨੀ ਦੇ ਨਾਲ ਅਧਿਐਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਸ ਦਾ ਮੁਤਾਲਾ ਕਰਨ ਤੋਂ ਬਾਅਦ ਉਸਦੇ ਜਿਹੜੇ ਪੱਖ ਸਾਡੇ ਜ਼ਿਹਨ ਦੇ ਵਿੱਚ ਆਏ ਨੇ, ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਅਸੀਂ ਉਸ ਨੂੰ ਰਿੜਕਿਆ, ਜੋ ਤੱਥ ਨਿਕਲੇ ਨੇ ਉਹ ਤੁਹਾਡੇ ਸਾਹਮਣੇ ਅੱਜ ਰੱਖਾਂਗੇ ਉਹਦੇ ਬਾਰੇ। ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੇਜਰੀਵਾਲ ਜਿਹੜਾ ਹੈ ਉਸਨੇ ਇੱਕ ਵਾਰ ਫੇਰ ਆਪਣਾ ਅਸਲੀ ਚਿਹਰਾ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਰੱਖਿਆ ਤੇ ਇਹ ਗੱਲ ਦੱਸੀ ਹੈ ਕਿ ਰਾਮ ਚੰਦਰ ਦਾ ਜਿਹੜਾ ਮੰਦਿਰ ਆ ਉਹ ਬਣਨ ਦੇ ਨਾਲ ਜਿਹੜਾ ਦੇਸ਼ ਦੀ ਤਰੱਕੀ ਹੋਏਗੀ ਤੇ ਇਦਾਂ ਦਾ ਉਹਨੇ ਟਵੀਟ ਵੀ ਕੀਤਾ। ਪਰ ਅੱਜ ਸਾਡੀ ਗੱਲਬਾਤ ਬਿਲਕੁਲ ਇਸ ਦੇ ਨਾਲ ਹੀ ਮਿਲਦੀ ਜੁਲਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਅਯੋਧਿਆ ਨਹੀਂ ਗਏ। ਸੋਸ਼ਲ ਮੀਡੀਆ ਦੇ ਉੱਤੇ ਬਣੀ ਇੱਕ ਮੁਹਿੰਮ ਦੇ ਕਾਰਨ ਸ਼ਾਇਦ ਉਹਨਾਂ ਨੇ ਇਹ ਫੈਸਲਾ ਲਿਆ ਹੋ ਸਕਦਾ, ਪਰ ਇੱਕ ਮਹੱਤਵਪੂਰਨ ਤੇ ਵਧੀਆ ਫੈਸਲਾ ਕਿਹਾ ਜਾ ਸਕਦਾ ਉਹਨਾਂ ਦਾ, ਜਿਹੜਾ ਉਹ ਅਯੋਧਿਆ 'ਚ ਇਸ ਮੌਕੇ ਤੇ ਨਹੀਂ ਗਏ। ਇਕਬਾਲ ਉੱਥੇ ਜ਼ਰੂਰ ਗਿਆ, ਤਖਤ ਸ੍ਰੀ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ। ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਇੰਡੀਅਨ ਗੌਰਮੈਂਟ ਦਾ ਸਾਰਾ ਜ਼ੋਰ ਸਿੱਖਾਂ ਤੇ ਕਿਉਂ ਲੱਗਿਆ ਹੋਇਆ, ਕਿ ਜਾਂ ਸਾਨੂੰ ਵੈਸੇ ਹੀ ਲੱਗਦਾ ਹੈ। ਕਿਉਂਕਿ ਗੱਲਾਂ ਜਦੋਂ ਅਸੀਂ ਨਿਰਪੱਖ ਤੇ ਅਨਬਾਇਸ ਤਰੀਕੇ ਨਾਲ ਕਰਾਂਗੇ, ਵਿਚਾਰ ਵਟਾਂਦਰੇ ਕਰਾਂਗੇ, ਤਾਂ ਇਹ ਸਾਨੂੰ ਦੋਵੇਂ ਪੱਖ ਵਿਚਾਰਨੇ ਪੈਣੇ ਨੇ। ਤੇ ਕੀ ਸੱਚਮੁੱਚ ਸਿੱਖਾਂ ਤੇ ਜ਼ੋਰ ਲੱਗਿਆ ਹੋਇਆ ਸਰਕਾਰ ਦਾ, ਭਾਰਤੀ ਸਿਸਟਮ ਦਾ, ਖੁਫੀਆ ਏਜੰਸੀਆਂ ਦਾ, ਜਾਂ ਇਹ ਇੱਕ ਸਾਡਾ ਵਹਿਮ ਹੀ ਹੈ? ਇਹਨੂੰ ਅਸੀਂ ਪਰਤ ਦਰ ਪਰਤ ਖੋਲਣ ਦੀ ਕੋਸ਼ਿਸ਼ ਕਰਾਂਗੇ। ਕੁਝ ਸਾਡੇ ਸਾਹਮਣੇ ਕਿਤਾਬਾਂ ਨੇ, ਉਹਨਾਂ ਕਿਤਾਬਾਂ ਦਾ ਵੀ ਮੈਂ ਜ਼ਿਕਰ ਕਰਾਂਗਾ ਤੇ ਉਹ ਕਿਤਾਬਾਂ ਆਪਣੇ ਆਪ ਦੇ ਵਿੱਚ, ਉਹਨਾਂ ਕਿਤਾਬਾਂ ਦੇ ਬਾਰੇ ਕੋਈ ਵੀ ਪੜਚੋਲ ਨਾ ਹੋਣੀ। ਇੰਨੇ ਲੰਮੇ ਸਮੇਂ ਤੋਂ ਕਿਤਾਬਾਂ ਛਪ ਚੁੱਕੀਆਂ ਨੇ, ਲੋਕਾਂ ਦੇ ਵਿੱਚ ਪੜ੍ਹੀਆਂ ਜਾ ਰਹੀਆਂ ਨੇ, ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਪੜ੍ਹੀਆਂ ਜਾ ਰਹੀਆਂ ਨੇ। ਸਿੱਖ ਹਲਕਿਆਂ ਦੇ ਵਿੱਚ ਉਹਨਾਂ ਕਿਤਾਬਾਂ ਦਾ ਸਵਾਗਤ ਹੋਇਆ ਤੇ ਕੀ ਇਹ ਸਾਰਾ ਕੁਛ ਸਵਾਗਤਯੋਗ ਹੈ? ਇਹਨੂੰ ਸਵਾਗਤ ਕਰਨਾ ਬਣਦਾ ਸੀਗਾ ਜਿਸ ਤਰੀਕੇ ਨਾਲ ਉਹਨਾਂ ਕਿਤਾਬਾਂ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਸਿੱਖਾਂ ਨੇ। ਇਹਦੇ ਅੰਦਰ ਦੀ ਸਾਜ਼ਿਸ਼ ਕੀ ਹੈ? ਕੀ ਖੁਫੀਆ ਤੰਤਰ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕਾ? ਸਿੱਖ ਸੱਚ ਦੇ ਵਿੱਚ ਬੁੱਧੂ ਨੇ? ਇਹ ਕੁਝ ਸਵਾਲ ਨੇ ਜਿਹੜੇ ਵਾਰ-ਵਾਰ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਜਦੋਂ ਅਸੀਂ ਕਿਤੇ ਕਾਫੀ ਟੇਬਲ ਤੇ ਬੈਠ ਕੇ ਗੱਲਾਂ ਕਰਦੇ ਹਾਂ ਜਾਂ ਅਸੀਂ ਕੋਈ ਕਿਤੇ ਨਾ ਕਿਤੇ ਵਿਚਾਰ ਵਟਾਂਦਰਾ ਕਰਦੇ ਹਾਂ। ਸੋ ਅੱਜ ਦੀ ਸਾਡੀ ਗੱਲਬਾਤ ਇਹ ਹੈ, ਇਸ ਵੇਲੇ ਮੁਲਕ ਦੇ ਵਿੱਚ ਜਿਹੜੀ ਹਵਾ ਹੈ ਉਹ ਸਾਨੂੰ ਦੇਖਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ, ਖਬਰਾਂ ਦੇ ਵਿੱਚ, ਟੀਵੀ ਦੇ ਉੱਤੇ, ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੁਸਲਮਾਨ ਵਿਰੋਧੀ ਹੈ। ਤੇ ਮੁਸਲਮਾਨ ਵਿਰੋਧੀ ਹੋਣ ਦੇ
ਨਾਲ ਜਦੋਂ ਅਸੀਂ ਇਹਨਾਂ ਘਟਨਾਵਾਂ ਦਾ ਮੁਤਾਲਿਆ ਕਰਦੇ ਹਾਂ ਤਾਂ ਗੱਲ ਕੁਝ ਹੋਰ ਨਿਕਲਦੀ ਹੈ। ਅਸੀਂ ਸਿੱਧੇ ਤੌਰ ਤੇ ਵਿਚਾਰਦੇ ਹਾਂ ਕਿ ਭਾਰਤ ਲਈ ਮੁਸਲਮਾਨ ਖਤਰਾ ਨੇ ਜਾਂ ਸਿੱਖ ਖਤਰਾ ਨੇ। ਸਭ ਤੋਂ ਵੱਡਾ ਭਾਰਤ ਦੇ ਲਈ ਇਸ ਵੇਲੇ ਖਤਰਾ ਕੀ ਹੈ ਤੇ ਇਹ ਖਤਰੇ ਨੂੰ ਕਿਸ ਤਰ੍ਹਾਂ ਪੋਰਟਰੇ ਕੀਤਾ ਜਾ ਰਿਹਾ ਹੈ, ਇੰਡੀਅਨ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ। ਪਿਛਲੇ 6 ਸਾਲਾਂ ਤੋਂ ਲਗਾਤਾਰ ਜਦੋਂ ਤੋਂ ਮੋਦੀ ਦੀ ਸਰਕਾਰ ਬਣੀ ਹੈ, ਲਗਾਤਾਰ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜ਼ਾਹਰਾ ਤੌਰ ਦੇ ਉੱਤੇ ਇੱਕ ਅਜਿਹੀ ਜ਼ਾਹਰਾ ਤੌਰ ਦੇ ਉੱਤੇ ਸੂਖਮ ਤਰੀਕੇ ਦੀ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ, ਜ਼ਾਹਰਾ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਮੁਸਲਮਾਨਾਂ ਤੇ ਜਿਸ ਤਰੀਕੇ ਨਾਲ ਹਮਲੇ ਕੀਤੇ ਗਏ, ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਸ ਨੂੰ ਇੱਕ ਤਰ੍ਹਾਂ ਨਾਲ ਦੁਨੀਆ ਦੇ ਮੀਡੀਆ ਦੇ ਵਿੱਚ ਵੀ ਪ੍ਰਚਾਰਿਆ ਗਿਆ, ਪ੍ਰਸਾਰਿਆ ਗਿਆ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਰਬ ਕੰਟਰੀਆਂ ਵੱਲੋਂ, ਖਾੜੀ ਦੇ ਮੁਲਕਾਂ ਵੱਲੋਂ ਇਸ ਦੀ ਨੁਕਤਾਚੀਨੀ ਕੀਤੀ ਗਈ ਤੇ ਜੰਮੂ ਕਸ਼ਮੀਰ ਸਮੇਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹੋਰ ਦੂਰ ਦਰਾਡੇ ਦੀਆਂ ਜਿਹੜੀਆਂ ਸਟੇਟਾਂ ਨੇ ਭਾਰਤ ਦੀਆਂ, ਉਹਨਾਂ ਦੇ ਵਿੱਚ ਜਿੱਥੇ ਕਿਤੇ ਮੁਸਲਮਾਨਾਂ ਦੇ ਖਿਲਾਫ ਵਧੀਕੀਆਂ ਹੋਈਆਂ, ਉਹਨਾਂ ਨੇ ਅਰਬ ਮੁਲਕਾਂ ਨੇ ਸਟੈਂਡ ਲਿਆ ਤੇ ਭਾਰਤ ਨੇ ਚੂੰ ਨਹੀਂ ਕੀਤੀ ਹੈਗੀ। ਉਹਨਾਂ ਨੇ ਅਰਬ ਮੁਲਕਾਂ ਨੇ ਬਹੁਤ ਸਾਰੇ ਜਿਹੜੇ ਵੱਡੀ ਗਿਣਤੀ ਵਰਕਰ ਨੇ, ਖਾਸ ਕਰਕੇ ਸਾਊਥ ਇੰਡੀਆ ਦੇ ਤੇ ਹੋਰ ਮੱਧ ਭਾਰਤ ਦੇ ਜਿਹੜੇ ਵਰਕਰ ਨੇ ਉੱਥੇ ਗਏ ਹੋਏ ਨੇ। ਗੁਜਰਾਤ ਦਾ ਇੱਕ ਵੱਡੀ ਗਿਣਤੀ ਤਬਕਾ ਜਿਹੜਾ ਹੈ ਅਰਬ ਕੰਟਰੀਆਂ ਦੇ ਵਿੱਚ ਕੰਮ ਕਰਦਾ ਹੈ। ਸੋ ਉਹਨਾਂ ਨੂੰ ਉੱਥੋਂ, ਜਿਨ੍ਹਾਂ ਦੀ ਗਿਣਤੀ ਲਗਭਗ 30 ਲੱਖ ਬਣਦੀ ਹੈ, ਉਹਨਾਂ 30 ਲੱਖ ਮਜ਼ਦੂਰਾਂ ਨੂੰ, ਵਰਕਰਾਂ ਨੂੰ, ਕਾਮਿਆਂ ਨੂੰ ਅਰਬ ਕੰਟਰੀਆਂ ਨੇ ਉੱਥੋਂ ਕੱਢਣ ਦੀ ਧਮਕੀ ਦੇ ਦਿੱਤੀ ਸੀ ਤੇ ਉਦੋਂ ਤੋਂ ਸ਼ਾਂਤੀ ਬਣੀ ਹੋਈ ਹੈ। ਪਰ ਰਾਮ ਜਨਮ ਭੂਮੀ ਦੇ ਵਿਵਾਦ ਨੂੰ ਲੈ ਕੇ, ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਸਾਰੀਆਂ ਜਿਹੜੀਆਂ ਅਟਕਲਾਂ ਸਨ ਜਾਂ ਅਸੀਂ ਸੋਚ ਵਿਚਾਰ ਕਰਦੇ ਸਾਂ, ਉਹਨਾਂ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਗਿਆ ਰਾਮ ਮੰਦਿਰ ਦੀ ਉਸਾਰੀ ਦਾ ਜਿਹੜਾ ਨੀਂਹ ਪੱਥਰ ਰੱਖ ਕੇ। ਠੀਕ ਹੈ ਨਾ ਜੀ। ਇਹ ਆਉਣ ਵਾਲੀਆਂ ਘਟਨਾਵਾਂ ਦਾ ਇੱਕ ਬਹੁਤ ਵੱਡਾ ਸੰਕੇਤ ਆ। ਉਹਦੇ 'ਚ ਤਸੱਵਰ ਕਰ ਲਿਆ ਗਿਆ ਅੰਦਰ ਖਾਤੇ ਭਾਰਤੀ ਸਿਸਟਮ ਵੱਲੋਂ ਕਿ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਹੋਂਦ ਇੱਕ ਜ਼ਰੂਰੀ ਹੈ ਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਪਸ਼ਟ ਹੋ ਜਾਣੀ ਹੈ, ਤੁਹਾਨੂੰ ਸਾਰਿਆਂ ਨੂੰ ਹੋ ਜਾਣੀ ਹੈ। ਤੇ ਕਿਉਂਕਿ ਅਸੀਂ ਜਿਹੜੀਆਂ ਦਲੀਲਾਂ ਨੇ ਜਾਂ ਜਿਹੜੇ ਨੁਕਤੇ ਨੇ ਉਹ ਕੇਂਦਰਿਤ ਰੱਖਾਂਗੇ ਕਿ ਸਿੱਖਾਂ ਦੇ ਉੱਤੇ ਜ਼ੋਰ ਕਿਉਂ ਲੱਗਾ ਹੈ। ਦੇਖਣ ਦੇ ਵਿੱਚ, ਦਿਖਾਈ ਦੇਣ ਦੇ ਵਿੱਚ ਤਾਂ ਇਹ ਲੱਗਦਾ ਕਿ ਭਾਰਤ ਦੀਆਂ ਜਿਹੜੀਆਂ ਹਿੰਦੂਤਵੀ ਜਮਾਤਾਂ ਨੇ ਉਹ ਮੁਸਲਮਾਨਾਂ ਨੂੰ ਗੋਡੇ ਥੱਲੇ ਰੱਖਣ ਲਈ ਤਤਪਰ ਨੇ, ਉਹਨਾਂ ਨੂੰ ਜ਼ਲੀਲ ਕਰਨ ਲਈ ਤਤਪਰ ਨੇ, ਉਹਨਾਂ ਦੇ ਖਿਲਾਫ ਇੰਨਾ ਜ਼ੁਲਮ ਕੀਤਾ ਜਾ ਰਿਹਾ। ਪਰ ਅਸੀਂ ਦੇਖਦੇ ਹਾਂ ਕਿ ਇਸ ਸਭ ਕੁਛ ਦੇ ਜਿਹੜਾ ਰਾਮ ਰੌਲਾ, ਉਹਦੇ ਥੱਲੇ ਸਿੱਖਾਂ ਦੇ ਪ੍ਰਤੀ ਜਿਹੜੀ ਪਹੁੰਚ ਅਪਣਾਈ ਜਾ ਰਹੀ ਆ, ਉਹਦੇ ਤੇ ਗੱਲਬਾਤ ਕਰਾਂਗੇ ਜ਼ਿਕਰ, ਕਿਉਂਕਿ ਸਾਡੀ ਡਿਊਟੀ ਬਣਦੀ ਹੈ, ਫਰਜ਼ ਬਣਦਾ ਕਿ ਅਸੀਂ ਸਮਾਂ ਦਰ ਸਮਾਂ ਇਸ ਦੇ ਉੱਤੇ ਅਸੀਂ ਆਪਣੇ ਵਿਚਾਰ ਸਾਂਝੇ ਕਰ ਸਕੀਏ, ਕਰਦੇ ਰਹੀਏ। ਕਿਉਂਕਿ ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਅਸੀਂ ਆਪਣੀ ਡਿਊਟੀ ਤੋਂ ਇੱਕ ਤਰ੍ਹਾਂ ਦੇ ਮੁਨਕਰ ਹਾਂ ਤੇ ਅਸੀਂ ਉਸ ਤੋਂ ਭੱਜ ਰਹੇ ਹੋਵਾਂਗੇ। ਕ੍ਰਿਸ਼ਨ ਜਿਹੜਾ ਹੈ, ਮੈਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਲੜੀਆਂ ਜੋੜ ਲਿਆ ਕਰੋ ਸਾਰੀ ਗੱਲਬਾਤ ਦੀਆਂ, ਕਿਉਂਕਿ ਇਹ ਕਈ ਵਾਰ ਅੱਜ ਜਿਹੜੀ ਗੱਲਬਾਤ ਆ ਉਹਦਾ ਮੁੱਢ 3-4 ਦਿਨਾਂ ਦੇ ਪ੍ਰੋਗਰਾਮ ਦੇ ਵਿੱਚ ਵੱਜਣਾ ਹੈ ਤੇ ਜਿਹੜੀ ਪਿੱਛੇ ਕੋਈ ਗੱਲਬਾਤ ਨੁਕਤਾ ਕੀਤਾ ਹੋਇਆ ਉਹਦੀ ਅੱਜ ਤਾਰ ਜੁੜਨੀ ਹੈ ਉਹਦੇ ਨਾਲ। ਮੈਂ ਜ਼ਿਕਰ ਕੀਤਾ ਸੀ ਕਿ ਅਰਜੁਨ ਨੂੰ ਕ੍ਰਿਸ਼ਨ ਨੇ ਫਸਾ ਲਿਆ ਮਹਾਭਾਰਤ ਦੇ ਵਿੱਚ ਕਿ ਜੇ ਤੂੰ ਭੱਜਦਾ ਤਾਂ ਕਾਇ ਰਖਵਾਏਗਾ, ਜੇ ਤੂੰ ਅੱਗੇ ਲੜ ਕੇ ਮਰਦਾ ਤਾਂ ਸਵਰਗ ਲੋਕ ਪ੍ਰਾਪਤ ਹੋਗਾ ਤੇ ਜੇ ਨਹੀਂ ਮਰਦਾ ਤਾਂ ਜਿੱਤ ਪ੍ਰਾਪਤ ਹੋਏਗੀ ਤੇ ਤੈਨੂੰ ਰਾਜ ਪ੍ਰਾਪਤ ਹੋਏਗਾ। ਉੱਥੇ ਅਰਜਨ ਨੂੰ ਫਸਾ ਲਿਆ, ਲੜਾਈ ਦੇ ਲਈ ਮਨਾ ਲਿਆ ਕਿ ਹੁਣ ਤਾਂ ਤੈਨੂੰ ਲੜਨਾ ਹੀ ਪੈਣਾ। ਇਹੋ ਜਿਹੀ ਕੁਛ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਿੱਖਾਂ ਦੀ ਇਸ ਵੇਲੇ ਬਣੀ ਹੋਈ ਹੈ। ਤਕਰੀਬਨ ਮੰਨ ਲਓ ਭਾਵੇਂ ਨਾ ਮੰਨੋ, ਇੱਕ ਤਰ੍ਹਾਂ ਦਾ ਉਹਨਾਂ ਨੇ ਇਸ ਗੱਲ ਨੂੰ ਪੱਕਿਆਂ ਕਰ ਦਿੱਤਾ ਕਿ ਜੇ ਲੜੋਗੇ ਤਾਂ ਇੱਥੇ ਮਰੋਗੇ, ਮਾਰਾਂਗੇ ਅਸੀਂ ਤਾਂ ਭਜਾ ਕੇ ਮਾਰਾਂਗੇ, ਜਾਂ ਅਸੀਂ ਤੁਹਾਨੂੰ ਇੱਥੇ ਜੋਗਾ ਛੱਡਣਾ ਹੀ ਨਹੀਂ, ਇੱਥੋਂ ਦਾ ਅਸੀਂ ਪਾਣੀ ਖਤਮ ਕਰ ਦੇਣਾ, ਇੱਥੋਂ ਦੀ ਅਸੀਂ ਭਾਸ਼ਾ ਖਤਮ ਕਰ ਦੇਣੀ ਹੈ। ਭਾਸ਼ਾ ਦੀ ਗੱਲ ਆਈ, ਪਿਛਲੇ ਦਿਨੀ ਸਿੱਖਿਆ ਨੀਤੀ ਜਿਹੜੀ ਹੈ ਉਹਦਾ ਐਲਾਨ ਕੀਤਾ ਭਾਰਤ ਸਰਕਾਰ ਨੇ ਕਿ 5ਵੀਂ ਜਮਾਤ ਤੱਕ ਬੱਚਾ ਜਿਹੜਾ ਹੈ ਆਪਣੀ ਮਾਂ ਬੋਲੀ 'ਚ ਸਿੱਖਿਆ ਗ੍ਰਹਿਣ ਕਰੂਗਾ। ਬਹੁਤ ਵਧੀਆ, ਪੁਰਾਣਾ ਰੂਲ ਹੈ, ਜਵਾਹਰ ਲਾਲ ਨਹਿਰੂ ਦੇ ਟਾਈਮ ਦਾ ਰੂਲ ਹੈ। ਪਰ ਉਹਦਾ ਜਿਹੜਾ ਸਿਲੇਬਸ ਹੋਊਗਾ ਜਾਂ ਉਹ ਪੜ੍ਹੂਗਾ ਕੀ, ਉਹ ਕੇਂਦਰ ਸਰਕਾਰ ਦੀ ਮੁੱਠੀ 'ਚ ਹੋਊਗਾ। ਹੁਣ ਗੱਲ ਤੁਸੀਂ ਸਮਝ ਗਏ ਹੋਵੋਗੇ। ਹੁਣ ਇਸ ਗੱਲ ਦਾ ਸਵਾਗਤ ਆ ਸਾਰਿਆਂ ਜਿਹੜੇ ਅਖੌਤੀ ਕਿਸਮ ਦੇ ਬੁੱਧੀਜੀਵੀ ਨੇ ਉਹਨਾਂ ਨੇ ਕਰ ਦਿੱਤਾ ਕਿ ਭਾਰਤ ਸਰਕਾਰ ਨੇ ਬਹੁਤ ਵਧੀਆ ਨੀਤੀ ਬਣਾਤੀ ਕਿ ਬੱਚਾ ਮਾਂ ਬੋਲੀ ਪੰਜਾਬੀ 'ਚ ਪੜ੍ਹਾਈ ਕਰੂਗਾ 5ਵੀਂ ਤੱਕ।
ਪਰ ਜੇ ਉਹਨੇ ਓਮ ਨਮੋ ਸ਼ਿਵਾਏ ਤੇ ਉਹੀ ਗਾਇਤਰੀ ਦਾ ਮੰਤਰ ਪੜ੍ਹਨਾ ਪੰਜਾਬੀ ਦੇ ਵਿੱਚ, ਤੇ ਇਹ ਤਾਂ ਉਹਦੀ ਮੁੱਠੀ 'ਚ ਹੈ ਨਾ ਸਰਕਾਰ ਦੀ। ਸੋ ਇਸ ਤੋਂ ਖਬਰਦਾਰ ਰਹਿਣਾ, ਇਹਦੇ ਅੱਗੇ ਆਪਾਂ ਭੇਦ ਖੋਲਾਂਗੇ ਜਾ ਕੇ। ਪਰ ਅੱਜ ਜਿਹੜੀ ਹੁਣ ਅਸੀਂ ਚਰਚਾ ਕਰਨੀ ਹੈ, ਕ੍ਰਿਸ਼ਨ ਤੋਂ ਗੱਲ ਸ਼ੁਰੂ ਕੀਤੀ ਸੀ। ਕ੍ਰਿਸ਼ਨ ਤੋਂ ਮੌਜੂਦਾ ਸੰਵਿਧਾਨ ਤੱਕ ਪਹੁੰਚਦਿਆਂ ਇਹ ਜਿਹੜੀ ਗੜਬੜ ਹੈ ਇਹ ਕਿਵੇਂ ਹੁੰਦੀ ਹੈ? ਗੜਬੜ ਹੁੰਦੀ ਹੈ, ਸਾਡੇ ਸਾਹਮਣੇ ਇਸ ਵੇਲੇ RSS ਹੈ। ਇੱਕ RSS ਨੂੰ ਅਸੀਂ ਇੰਨਾ ਪ੍ਰਚਾਰਿਆ, ਇੰਨੀ ਗੱਲਬਾਤ ਕੀਤੀ, ਅਸੀਂ ਵੀ ਉਹਦੇ 'ਚ ਸ਼ਾਮਲ ਹਾਂ, ਮੈਂ ਵੀ ਉਹਦੇ 'ਚ ਸ਼ਾਮਲ ਹਾਂ, ਤੇ ਉਸ ਦਾ ਹਿੱਸਾ ਬਣੇ ਅਸੀਂ ਲਹਿਰ ਦਾ। ਲੋਕਾਂ ਦੀ ਜ਼ੁਬਾਨ ਦੇ ਉੱਤੇ, ਲੋਕਾਂ ਦੇ ਜ਼ਿਹਨ ਦੇ ਵਿੱਚ, ਸਿੱਖਾਂ ਦੀ ਜ਼ੁਬਾਨ ਦੇ ਉੱਤੇ RSS ਸ਼ਬਦ ਹੈ ਇੱਕ, ਉਹ ਆਮ ਹੈ। ਜਦੋਂ ਵੀ ਕੋਈ ਗੱਲ ਹੁੰਦੀ ਹੈ, ਭਾਵੇਂ ਉਹਦਾ ਕਾਰਨ ਕੋਈ ਵੀ ਹੋਵੇ, ਅਸੀਂ ਇਹ ਮੰਨਣ ਲਈ ਤਿਆਰ ਹੋ ਜਾਂਦੇ ਹਾਂ ਕਿ ਇਹਦੇ ਪਿੱਛੇ RSS ਦੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਦਰਅਸਲ ਕੀ ਹੈ ਕਿ RSS ਕੋਈ ਤਾਕਤ ਨਹੀਂ ਹੈ। RSS ਚਾਹੇ ਗੁਰਮੀਤ ਰਾਮ ਦਾ ਡੇਰਾ, ਚਾਹੇ ਰਾਧਾ ਸੁਆਮੀ ਦਾ ਡੇਰਾ, ਚਾਹੇ ਨਕਲੀ ਨਿਰੰਕਾਰੀਆਂ ਦਾ ਡੇਰਾ, ਜਾਂ ਜਿੰਨੇ ਵੀ ਡੇਰੇ ਨੇ ਪੰਜਾਬ ਦੇ ਵਿੱਚ। ਹੁਣ ਪਟਿਆਲੇ ਜਿਹੜਾ ਡੇਰਾ ਉਹ ਇੰਨਾ ਕੋਈ ਸ਼ਕਤੀਸ਼ਾਲੀ ਥੋੜਾ ਸੀ, ਪਰ ਇਹ ਉਦੋਂ ਸ਼ਕਤੀਸ਼ਾਲੀ ਹੁੰਦੇ ਨੇ, ਉਦੋਂ ਪਾਵਰਫੁਲ ਹੁੰਦੇ ਨੇ, ਜਦੋਂ ਸਮੇਂ ਦੀਆਂ ਸਰਕਾਰਾਂ ਇਹਨਾਂ ਦੀ ਪਿੱਠ ਦੇ ਉੱਤੇ ਹੱਥ ਰੱਖ ਦਿੰਦੀਆਂ ਨੇ, ਬੱਚਾ ਚੱਲ ਸ਼ਾਬਾਸ਼ ਮੈਂ ਤੇਰੇ ਨਾਲ। ਸੋ ਉਦੋਂ ਇਹ ਤਾਕਤਵਰ ਹੋ ਜਾਂਦੇ ਨੇ, ਸ਼ਕਤੀਸ਼ਾਲੀ ਹੋ ਜਾਂਦੇ ਨੇ। ਸੋ ਇਹ ਹੈ ਬੱਚੇ ਨੇ, ਸਿਸਟਮ ਦੇ ਬੱਚੇ ਨੇ, ਭਾਰਤੀ ਸੰਵਿਧਾਨ ਦੇ ਬੱਚੇ ਨੇ, ਭਾਰਤ ਸਰਕਾਰ ਦੇ ਬੱਚੇ ਨੇ, ਹਿੰਦੂਤਵੀ ਤਾਕਤਾਂ ਦੇ ਬੱਚੇ ਨੇ। RSS ਵੀ ਜਿਹੜਾ ਹੈ ਸਿਸਟਮ ਦਾ ਇੱਕ ਬੱਚਾ, ਭਾਵੇਂ ਉਹ ਬ੍ਰਿਟਿਸ਼ ਸਿਸਟਮ ਦਾ ਕਹਿ ਲਈਏ, ਜਾਂ ਜਿਹੜੀਆਂ ਜਰਮਨੀ ਦੀਆਂ ਨਾਜ਼ੀ ਤਾਕਤਾਂ ਸਨ ਉਹਨਾਂ ਦੀ ਛਤਰ ਛਾਇਆ, ਉਸਨੂੰ ਉਹਨਾਂ ਦੀ ਵੀ ਹੱਲਾਸ਼ੇਰੀ ਸੀ, ਭਾਵੇਂ ਅਸੀਂ ਉਹਨਾਂ ਦਾ ਬੱਚਾ ਕਹਿ ਲਈਏ, ਹੈ ਤਾਂ ਉਹ ਬੱਚਾ ਹੀ। ਆਪਣੇ ਤੌਰ ਤੇ ਸਿੱਧਮ ਸਿੱਧੀ ਲੜਾਈ ਦੇ ਵਿੱਚ, ਜਾਂ ਸਿੱਧਮ ਸਿੱਧੀ ਤਾਕਤ ਦੀ ਲੜਾਈ ਦੇ ਵਿੱਚ, ਜਾਂ ਜਿਹੜੀ ਦਿਮਾਗੀ ਲੜਾਈ ਹੈ, ਸ਼ਬਦਾਂ ਦੀ ਲੜਾਈ ਹੈ, ਉਹਦੇ 'ਚ ਤਾਂ ਉਹ ਜਿੱਤ ਨਹੀਂ ਸਕਦੇ ਹੈਗੇ। ਪਰ ਜਿਹੜੀ ਸੂਖਮ ਤੌਰ ਦੇ ਉੱਤੇ ਛਲ ਕਪਟ ਦੀ ਨੀਤੀ ਹੈ, ਉਹਦੇ 'ਚ ਉਹ ਕਿਤੇ ਨਾ ਕਿਤੇ ਸਾਨੂੰ ਢਾਹ ਲੈਂਦੇ ਨੇ। ਇਸੇ ਕਰਕੇ ਉਹ ਸਾਡੇ 'ਚ SGPC ਜਾਂ ਵੱਖ-ਵੱਖ ਜਿਹੜੀਆਂ ਸਿੱਖ ਸੰਸਥਾਵਾਂ ਨੇ, ਜਾਂ ਦਮਦਮੀ ਟਕਸਾਲ ਹੈ, ਜਾਂ ਅਕਾਲੀ ਦਲ ਹੈ, ਇਹ ਸਿੱਖ ਇੰਸਟੀਟਿਊਸ਼ਨਸ ਨੇ। ਇਹਨਾਂ ਦੇ ਰਾਹੀਂ ਉਹ ਘੁਸਪੈਠ ਕਰਕੇ ਸਾਡੇ ਸਿਰਾਂ ਦੇ ਉੱਤੇ ਆ ਕੇ ਬਹਿ ਗਏ ਨੇ। ਸਾਡੇ ਦਿਮਾਗ 'ਚ ਤਾਂ ਬੜੇ ਹੋਏ ਨੇ, ਸਿਰਾਂ ਦੇ ਉੱਤੇ ਆ ਕੇ ਬਹਿ ਗਏ ਨੇ ਸਾਡੇ। ਸੋ ਇਸ ਗੱਲ ਲਈ ਅਸੀਂ ਸਮੇਂ-ਸਮੇਂ ਤੇ ਕੌਮ ਨੂੰ ਅਸੀਂ ਖਬਰਦਾਰ ਕਰਦੇ ਰਹੇ ਹਾਂ। ਪਰ ਚਲੋ ਠੀਕ ਹੈ ਕਿ ਤਾਕਤ ਉਹਨਾਂ ਦੇ ਹੱਥ ਦੇ ਵਿੱਚ ਹੈ, ਪਰ ਜਿਹੜੀ ਲੜਾਈ ਹੈ ਸਾਡੀ, ਉਹ ਸ਼ਬਦ ਦੇ ਰਾਹੀਂ ਇਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਜਿਹੜਾ ਇੱਕ ਸਿੱਕੇਬੰਦ ਸਟੈਂਪਡ ਤਰੀਕਾ ਹੈਗਾ ਕਿ ਡੈਮੋਕ੍ਰੇਸੀ ਢੰਗ ਦੇ ਨਾਲ ਅਸੀਂ ਆਪਣੀ ਲੜਾਈ ਲੜੀਏ, ਤੇ ਪੰਜਾਬ ਦੀ ਜਿਹੜੀ ਆਜ਼ਾਦੀ ਹੈ ਅਸੀਂ ਉਹ ਵੀ ਐਸੇ ਤਰੀਕੇ ਨਾਲ ਚਾਹੁੰਦੇ ਹਾਂ, ਤੇ ਉਹਦੇ ਲਈ ਤਤਪਰ। ਸੋ ਇਹਦੇ 'ਚ ਅਸੀਂ ਦੇਖਿਆ ਕਿ ਬਾਦਲ ਦਾ ਏਜੰਡਾ ਸੀ, ਜਾਂ ਉਸ ਨੂੰ ਉਹਨਾਂ ਨੇ ਵਰਤਿਆ ਇੱਕ ਤਰ੍ਹਾਂ ਦੇ ਨਾਲ। ਅਸੀਂ ਟੂਲ ਬਣਾ ਕੇ, ਸੰਦ ਬਣ ਗਿਆ ਉਹ ਭਾਰਤ ਸਰਕਾਰ ਦਾ। ਜਿਵੇਂ ਬੇਅੰਤ ਬੁੱਚੜ ਬਣਿਆ, KP ਗਿੱਲ ਬਣਿਆ, ਕੁਲਦੀਪ ਬਰਾੜ ਬਣਿਆ, ਅਜੀਤ ਸੰਧੂ ਬਣਿਆ, ਏਦਾਂ ਦੇ ਜਿਹੜੇ ਲੋਕ ਨੇ, ਸੁਮੇਧ ਸੈਣੀ ਵਰਗੇ ਜਾਂ ਹੋਰ, ਇਹ ਸਾਰੇ ਇਹ ਟੂਲ ਨੇ ਕੇਂਦਰ ਸਰਕਾਰ ਦੇ, ਕੇਂਦਰੀ ਸਿਸਟਮ ਦੇ। ਉਹਨਾਂ ਦੇ ਵਿੱਚ ਬਾਦਲ ਵੀ ਇੱਕ ਗਰਾਰੀ ਹੈ। ਸੋ ਇਹਨਾਂ ਨੇ ਕਿਵੇਂ, ਅਸੀਂ ਦੇਖਿਆ ਕਿ 1999 ਦੇ ਵਿੱਚ ਜਦੋਂ ਵਿਸਾਖੀ ਦੇ ਦੌਰਾਨ ਖਾਲਸਾ ਪੰਥ ਦਾ 300 ਸਾਲਾ ਸਿਰਜਣਾ ਦਿਵਸ, ਖਾਲਸਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਸੀ, ਤੇ ਤੀਜੀ ਸ਼ਤਾਬਦੀ ਮਨਾਈ ਜਾ ਰਹੀ ਸੀ, ਉਦੋਂ ਬਾਦਲ ਦੇ ਜਿਹੜੇ ਬੰਦੇ ਸਨ, ਉਹਨਾਂ ਨੇ ਜਿਹੜਾ ਹੈ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਅਸ਼ੋਕ ਸਿੰਘਲ ਦੇ ਨਾਲ ਹੋਰ ਜਿਹੜੇ ਕੁਝ ਲੋਕ ਸੀ, ਜਿਨ੍ਹਾਂ ਨੇ ਵਾਲ ਕੱਟੇ ਹੋਏ ਸੀ, ਸ਼ੇਵ ਕੀਤੀ ਹੋਈ ਸੀ, ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ, ਕਿਰਪਾਨਾਂ ਪਵਾ ਕੇ ਉਹਨਾਂ ਦੇ, ਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇਹ ਉਹਨਾਂ ਨੂੰ ਭਾਰਤ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖ ਤੇ ਹਿੰਦੂ ਇੱਕੋ ਹੀ ਨੇ, ਇਹਨਾਂ ਦੀਆਂ ਰਹੁ ਰੀਤਾਂ ਇੱਕੋ ਹੀ ਨੇ, ਤੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਮਿਲਣ ਵਰਤਣ ਰੱਖਦੇ ਨੇ। ਜਿਹੜੀ ਗੱਲ ਦੇ ਉੱਤੇ ਪਹਾੜੀ ਰਾਜਿਆਂ ਦੇ ਨਾਲ ਦਸ਼ਮੇਸ਼ ਪਾਤਸ਼ਾਹ ਨੇ ਜਿਹੜਾ ਹੈ ਉਹ ਲਕੀਰ ਖਿੱਚੀ ਸੀ, ਪਹਾੜੀ ਰਾਜਿਆਂ ਨੇ ਕਿਹਾ ਸੀ ਨਾ ਕਿ ਅਸੀਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਅੰਮ੍ਰਿਤ ਨਹੀਂ ਛਕਾਂਗੇ, ਸਾਡਾ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਏ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਇਨਕਾਰ ਕਰ ਦਿੱਤਾ ਸੀ, ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹੀ ਗੱਲ ਉਹ ਬਾਦਲ ਨੇ 1999 ਦੇ ਵਿੱਚ ਕਰਕੇ ਦਿਖਾਈ ਸੀ। ਇਹ ਉਸ ਵੇਲੇ ਕਿਸੇ ਨੇ ਉਂਗਲ ਨਹੀਂ ਰੱਖੀ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਬੌਧਿਕ ਪਰੰਪਰਾਵਾਂ ਨੇ ਉਹਨਾਂ ਦਾ ਉਸਨੇ
ਉਹਨਾਂ ਦੇ ਨਾਲ ਖਿਲਵਾੜ ਕਰਦੇ ਹੋਏ ਇਹ ਸਾਰਾ ਘਟਨਾਕ੍ਰਮ ਆ ਜਿਹੜਾ ਇਸ ਨੂੰ ਉੱਥੇ ਅੰਜਾਮ ਦਿੱਤਾ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਸ਼ਹੀਦੀਆਂ ਹੋਈਆਂ ਹੁਣ ਤੱਕ, ਉਹ ਐਸੇ ਸਿਸਟਮ ਦੇ ਖਿਲਾਫ ਤਾਂ ਹੋਈਆਂ ਨੇ। ਅਸੀਂ ਭਾਵੇਂ ਗੁਰੂ ਨਾਨਕ ਪਾਤਸ਼ਾਹ ਦਾ ਸੰਘਰਸ਼ ਦੇਖੀਏ, ਉਹਨਾਂ ਨੂੰ ਬਾਬਰ ਦੀ ਜੇਲ੍ਹ ਦੇ ਵਿੱਚ ਜਾਣਾ ਪਿਆ, ਉਹ ਸਿਸਟਮ ਦੀ ਵਿਰੋਧਤਾ ਕਰਦੇ ਸਨ। ਤੇ ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਜੋ ਝੰਡਾ ਬੁਲੰਦ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਵਿਸ਼ਵ ਦੀ ਪਹਿਲੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਉਸ ਤੋਂ ਬਾਅਦ ਤਾਂ ਮੱਧ ਯੁੱਗ ਦੇ ਵਿੱਚ ਸਿੱਖ ਕਾਲ ਦਾ ਜਿਹੜਾ ਮੱਧ ਯੁੱਗ ਹੈ ਉਹ, ਤੇ ਵਰਤਮਾਨ ਸਮੇਂ ਦੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ, ਇਹ ਸਾਰੀਆਂ ਦੀਆਂ ਸਾਰੀਆਂ ਉਹ ਬ੍ਰਾਹਮਣਵਾਦੀ ਜਿਹੜਾ ਨਿਜ਼ਾਮ ਹੈ ਜਿਹੜਾ ਦਿਸਦਾ ਨਹੀਂ ਹੈ। ਅਸੀਂ ਬ੍ਰਾਹਮਣ ਦੇ ਖਿਲਾਫ ਨਹੀਂ ਹੈ, ਪਰ ਬ੍ਰਾਹਮਣਵਾਦੀ ਜਿਹੜੀਆਂ ਤਾਕਤਾਂ ਨੇ, ਵਿਚਾਰਧਾਰਾਵਾਂ ਨੇ, ਜਿਹੜੀਆਂ ਲੋਟੂ ਸ਼੍ਰੇਣੀਆਂ ਨੇ, ਉਹਨਾਂ ਦੇ ਖਿਲਾਫ ਉਹ ਸਾਰੀਆਂ ਸ਼ਹਾਦਤਾਂ ਹੁੰਦੀਆਂ ਨੇ। ਤੇ ਕੀ ਅਸੀਂ ਜਦੋਂ ਇਹਨਾਂ ਗੱਲਾਂ ਦੇ ਨਾਲ ਕਦਮ ਮਿਲਾ ਕੇ ਜਾਂ ਇਹਨਾਂ ਦੇ ਨਾਲ ਸਹਿਚਾਰ ਰੱਖਣ ਲੱਗਦੇ ਹਾਂ, ਕੀ ਅਸੀਂ ਉਹਨਾਂ ਸ਼ਹਾਦਤਾਂ ਦੇ ਉੱਤੇ, ਸ਼ਹੀਦੀਆਂ ਦੇ ਉੱਤੇ ਪੋਚਾ ਨਹੀਂ ਫੇਰ ਰਹੇ ਹੁੰਦੇ? ਬਿਲਕੁਲ ਬਿਲਕੁਲ ਇਸੇ ਤਰ੍ਹਾਂ ਲੱਗਦਾ। ਇਸ ਕਰਕੇ ਸਾਨੂੰ ਸੋਚਵਾਨ ਹੋਣਾ ਚਾਹੀਦਾ ਹੈ। ਸਾਨੂੰ ਕਿਤੇ ਨਾ ਕਿਤੇ ਇਸ ਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਕਿ ਜਿਹੜੇ ਬ੍ਰਾਹਮਣਵਾਦ ਦੀ ਵਿਰੋਧਤਾ ਕਰਦੇ ਨੇ, ਜਿੰਨੇ ਵੀ ਲੋਕ ਬ੍ਰਾਹਮਣਵਾਦ ਦੀ ਵਿਰੋਧਤਾ ਕਰਦੇ ਨੇ, ਚਾਹੇ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਮਹਾਤਮਾ ਬੁੱਧ ਨੇ ਕੀਤੀ, ਕਬੀਰ ਜੀ ਨੇ ਕੀਤੀ, ਰਵਿਦਾਸ ਜੀ ਨੇ ਕੀਤੀ, ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ। ਉਹਨਾਂ ਨੂੰ ਕਹਿੰਦਾ ਕਿ ਇਹ ਜਿਹੜੇ ਹੈ ਨੇ, ਇਹ ਪੈਗੰਬਰ ਨੇ, ਵਿਸ਼ਨੂੰ ਦੇ ਅਵਤਾਰ ਨੇ। ਹੁਣ ਦੱਸ ਦਿੰਦਾ ਕੋਈ ਕਿਸੇ ਨੂੰ 12ਵਾਂ ਅਵਤਾਰ, 13ਵਾਂ ਅਵਤਾਰ, 14ਵਾਂ ਅਵਤਾਰ, ਉਹਦੇ ਕੋਲ ਅਹੁਦੇ ਬੜੇ ਨੇ, ਉਹਨੇ ਤਿਆਰ ਕਰਕੇ ਰੱਖੇ ਹੋਏ ਨੇ। ਉਹ ਕਹਿੰਦਾ ਕਿ ਇਹ ਅਵਤਾਰੀ ਪੁਰਸ਼ ਨੇ ਤੇ ਇਹ ਸਾਡੇ ਜਿਹੜੇ ਵੱਡੇ ਵਡੇਰੇ ਹੋਏ ਨੇ, ਸਾਡੇ ਦੇਵਤੇ ਹੋਏ ਨੇ, ਉਹਨਾਂ ਦੇ ਅੱਗੇ ਅਵਤਾਰ ਨੇ, ਉਹਨਾਂ ਦੇ ਰੂਪ ਨੇ ਇਹ। ਸੋ ਇਸ ਤਰ੍ਹਾਂ ਕੀਤਾ ਗਿਆ। ਇਕਬਾਲ ਦੀ ਜਿਹੜੀ ਹੁਣ ਅਸੀਂ ਦੇਖ ਰਹੇ ਹਾਂ ਵੀਡੀਓ, ਉਹ ਵੀ ਐਸੇ ਦਾ ਹਿੱਸਾ ਹੈ। ਕਰਾਉਂਦੇ ਵੀ ਜਿਹੜੇ ਹੈ ਨੇ ਸਾਡੇ ਵਰਗੇ ਲੱਗਣ ਵਾਲੇ, ਜਿਹੜੇ ਦਾੜੀਆਂ ਵਾਲੇ ਲੋਕ ਨੇ, ਪੱਗਾਂ ਵਾਲੇ ਲੋਕ ਨੇ, ਉਹਨਾਂ ਦੇ ਮੂੰਹੋਂ ਅਖਵਾਉਂਦੇ ਨੇ, ਉਹਨਾਂ ਦੇ ਰਾਹੀਂ ਕਰਵਾਉਂਦੇ ਨੇ। ਕਿਉਂਕਿ ਟੂਲ ਨੇ, ਟੂਲ ਖਰੀਦਣਾ ਜਾਂ ਲੈਣਾ ਬਹੁਤ ਸੌਖਾ। ਉਸ ਨੂੰ ਇਹਦੇ 'ਚ ਕਹਿ ਦਿੰਦੇ ਆ ਕਿ ਜਿਹੜਾ ਭਾਵੇਂ ਡੋਗਰਿਆਂ ਦੇ ਰੂਪ ਦੇ ਵਿੱਚ ਉਹ ਕੀਤਾ, ਉਹਨਾਂ ਨੇ ਕੰਮ ਕੀਤਾ, ਦਿਸਦੇ ਅਣਦਿਸਦੇ, ਅਸਿੱਧੇ ਤੇ ਸਿੱਧੇ ਤਰੀਕੇ ਦੇ ਨਾਲ ਉਹਨੇ ਆਪਣੀ ਕਾਰਵਾਈ ਕਰਨੀ ਹੈ। ਇਹ ਟੂਲ ਹੈ, ਭਾਵੇਂ ਮਸ਼ੀਨ ਦੇ ਵਿੱਚ ਹੈ। ਜਦੋਂ ਇੱਕ ਵੀ ਟੂਲ ਮਸ਼ੀਨ ਦਾ ਸਾਥ ਛੱਡ ਜੇ, ਇੱਕ ਵੀ ਗਰਾਰੀ, ਇੱਕ ਵੀ ਦੰਦਾ ਘਸ ਜੇ ਉਹਦਾ, ਜਾਂ ਉਹ ਕੰਮ ਨਾ ਕਰੇ, ਪੂਰੀ ਮਸ਼ੀਨ ਖੜ ਜਾਂਦੀ ਹੈ। ਸਿੱਖਾਂ ਦੀ ਮਸ਼ੀਨਰੀ ਹੈ ਜਿਹੜੀ, ਉਹਦਾ ਅੱਜ ਇਹੋ ਹੀ ਹਾਲ ਹੋਇਆ ਪਿਆ। ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਜਿਹੜੇ ਵਿਦੇਸ਼ਾਂ 'ਚ ਗੁਰਦੁਆਰੇ ਨੇ, ਸਭ ਤੋਂ ਵੱਡੀ ਗੱਲ ਇਹ ਸੀ ਕਿ ਭਾਰਤੀ ਸਿਸਟਮ ਦਾ ਹੱਥ ਨਹੀਂ ਸੀ ਪੈਂਦਾ ਹੈਗਾ ਵਿਦੇਸ਼ਾਂ 'ਚ ਗੁਰਦੁਆਰਿਆਂ ਦੇ ਉੱਤੇ, ਉਹਨਾਂ ਦੇ ਪ੍ਰਬੰਧਕਾਂ ਦੇ ਉੱਤੇ। ਵਿਦੇਸ਼ਾਂ ਦੇ ਵਿੱਚ ਜਿਹੜੇ ਗੁਰਦੁਆਰੇ ਸਨ, ਉਹਨਾਂ ਦੇ ਵਿੱਚ ਖਾਲਸਾ ਰਾਜ ਦੀ, ਪੰਜਾਬ ਦੀ ਆਜ਼ਾਦੀ ਦੀ ਗੱਲ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗੱਲ, ਤੇ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਜਿੰਨੀਆਂ ਵੀ, ਉਹਨਾਂ ਨੂੰ ਨਤਮਸਤਕ ਹੋਣ ਦੀ ਗੱਲ, ਤੇ ਉਸ ਸ਼ਹਾਦਤਾਂ ਦੇ ਪਿੱਛੇ ਕਾਰਨ ਕੀ ਨੇ, ਉਹਨਾਂ ਕਾਰਨਾਂ ਦੇ ਉੱਤੇ ਲਗਾਤਾਰ ਭਖਵੀਂ ਬਹਿਸ ਦੇ ਰਾਹੀਂ ਇੱਕ ਪੜਚੋਲ ਕੀਤੀ ਜਾਂਦੀ ਰਹੀ ਸੀ। ਉਹ ਸੀ ਹੋ ਗਈ, ਹੁਣ ਹੈ ਨਹੀਂ। ਕਿਉਂ? ਕਿਉਂਕਿ ਉਸ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਗਿਆ। ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਰਾਜਨੀਤੀ ਹੈ, ਗੰਧਲੀ ਰਾਜਨੀਤੀ ਹੈ, ਮੈਂ ਰਾਜਨੀਤੀ ਨੂੰ ਦੋ ਭਾਗਾਂ ਵਿੱਚ ਰੱਖਦਾ, ਇੱਕ ਰਾਜਨੀਤੀ ਤੇ ਇੱਕ ਗੰਧਲੀ ਰਾਜਨੀਤੀ। ਗੰਧਲੀ ਰਾਜਨੀਤੀ ਦਾ ਪ੍ਰਵੇਸ਼ ਕਰਵਾਇਆ ਗਿਆ। ਕਿਵੇਂ ਕਰਵਾਇਆ ਗਿਆ? ਹੁਣ ਕ੍ਰਿਸ਼ਨ ਤੋਂ ਗੱਲ ਸ਼ੁਰੂ ਕੀਤੀ ਸੀ। ਇੱਕ ਹੁਣ ਕ੍ਰਿਸ਼ਨਾ, ਮਲੋਏ ਕ੍ਰਿਸ਼ਨਾ ਧਰ, ਰਾਹ ਦਾ ਜੁਆਇੰਟ ਡਾਇਰੈਕਟਰ ਰਿਹਾ ਮਲੋਏ ਕ੍ਰਿਸ਼ਨਾ ਧਰ, ਤੇ ਉਸਨੇ ਜਿੱਥੇ ਪੰਜਾਬ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਵਿੱਚ ਸਰਗਰਮੀ ਨਾਲ ਉਹਨਾਂ ਨੂੰ ਮੋੜ ਦੇਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਮਲੋਏ ਕ੍ਰਿਸ਼ਨਾ ਧਰ ਨੇ, ਉੱਥੇ ਹੀ ਅਮਰੀਕਾ ਤੇ ਕੈਨੇਡਾ ਦੋਵਾਂ ਮੁਲਕਾਂ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਸਥਾਨਕ ਪੱਧਰ ਦੀ ਰਾਜਨੀਤੀ ਹੈ, ਉਸ ਨੂੰ ਗੰਧਲਿਆਂ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਹ ਲਿਖਦਾ ਆਪਣੀ ਕਿਤਾਬ ਓਪਨ ਸੀਕ੍ਰੇਟ ਦੇ ਵਿੱਚ। ਉਹਦੀ ਕਿਤਾਬ ਹੈ ਓਪਨ ਸੀਕ੍ਰੇਟ। ਓਪਨ ਸੀਕ੍ਰੇਟ ਦੇ ਵਿੱਚ ਇਹ ਕਿਤਾਬ ਪੜ੍ਹਨ ਵਾਲੀ ਹੈ। ਕਿਤਾਬ, ਇਹ 2-3 ਕਿਤਾਬਾਂ ਦਾ ਜ਼ਿਕਰ ਕਰਾਂਗਾ ਅੱਜ ਮੈਂ, ਇਹਨਾਂ ਨੂੰ ਤੁਸੀਂ ਪੜ੍ਹਨਾ ਜ਼ਰੂਰ। ਤੇ ਸਿੱਖਾਂ ਨੇ ਪੜ੍ਹੀਆਂ ਬਹੁਤ ਨੇ, ਪਰ ਮੈਂ ਦੱਸਾਂਗਾ ਕਿ ਪ੍ਰੋਬਲਮ ਕਿੱਥੇ ਆ, ਸਮੱਸਿਆ ਕਿੱਥੇ ਆ।
ਅਸੀਂ ਸਾਡੀ ਉਸ ਸਮੱਸਿਆ ਵੱਲ ਹਾਲੇ ਤੱਕ ਧਿਆਨ ਕਿਉਂ ਨਹੀਂ ਗਿਆ? ਕਿਉਂਕਿ ਵਹਾਅ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਮਲੋਏ ਕ੍ਰਿਸ਼ਨਾਧਰ ਕਹਿੰਦਾ ਕਿ ਭੇਸ ਬਦਲ ਕੇ ਪੰਜਾਬੀ ਸਿੱਖ ਕੇ ਪੰਜਾਬੀ ਦੇ ਜਿੰਨੇ ਵੀ ਐਕਸੈਂਟ ਨੇ, ਮਾਝਾ ਮਾਲਵਾ ਦੁਆਬਾ, ਉਸ ਤੋਂ ਇਲਾਵਾ ਬੰਦਾ ਇੰਟੈਲੀਜੈਂਟ ਆ, ਉਹਨੂੰ ਸਲੂਟ ਵੀ ਕਰਨਾ ਬਣਦਾ। ਸਾਡੇ 'ਚ ਇਦਾਂ ਦਾ ਹੋਵੇ ਕੋਈ ਕੰਨੜ ਮਲਿਆਲਮ ਜਾਂ ਹੋਰ ਹਿੰਦੀ ਭੋਜਪੁਰੀ ਜਾਂ ਗੁਜਰਾਤੀ ਸਿੱਖ ਕੇ ਉਹਨਾਂ ਦੇ ਵਿੱਚ ਕੰਮ ਕਰੇ, ਉਹਨੂੰ ਵੀ ਸਲੂਟ ਕਰਾਂਗੇ। ਪਰ ਹਾਲੇ ਤੱਕ ਇਦਾਂ ਦਾ ਕੋਈ ਹੈ ਨਹੀਂ। ਤੇ ਉਹ ਬੰਦੇ ਨੇ ਇੰਨੀਆਂ ਭਾਸ਼ਾਵਾਂ ਤੇ ਜਿਹੜੇ ਡਾਇਲੈਕਟ ਸਨ, ਸਥਾਨਕ ਡਾਇਲੈਕਟ ਸਨ, ਭਾਵੇਂ ਪੁਆਧੀ ਦਾ ਹੈ ਜਾਂ ਲੁਧਿਆਣੇ ਦੇ ਕਿੰਨੇ ਪਿੰਡਾਂ ਵਿੱਚ ਕਿਹੜੀ ਬੋਲੀ ਜਾਂਦੀ ਹੈ, ਸਾਰੇ ਸਿੱਖ ਕੇ ਉਹਨੇ ਸਿੱਖ ਸੰਸਥਾਵਾਂ ਦੇ ਵਿੱਚ, ਸਿੱਖ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕੀਤੀ। ਇਹ ਗੱਲ ਉਹ ਮੰਨਦਾ, ਆਪਣੀ ਕਲਮ ਨਾਲ ਮੰਨਦਾ, ਲਿਖਤੀ ਰੂਪ ਦੇ ਵਿੱਚ ਮੰਨਦਾ ਉਹ। ਸੋ ਉਹਦੇ 'ਚ ਉਹ ਕਹਿੰਦਾ ਕਿ ਗੁਰਦੁਆਰਿਆਂ ਦੇ ਜਿਹੜੇ ਪ੍ਰਧਾਨ ਸਨ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਮਿਲ ਕੇ ਉਸਨੇ ਇਸ ਗੱਲ ਦੇ ਲਈ ਵਾਸਤਾ ਪਾਇਆ ਤੇ ਇਸ ਗੱਲ ਦੇ ਲਈ ਮਨਾ ਲਿਆ ਕਿ ਜਿਹੜੀ ਖਾਲਿਸਤਾਨ ਦੀ ਲਹਿਰ ਹੈ ਉਹ ਭਾਰਤ ਵਿਰੋਧੀ ਹੈ ਤੇ ਸਿੱਖ ਵਿਰੋਧੀ ਵੀ ਹੈ। ਤੇ ਉਸਨੇ ਭਾਰਤ ਨੂੰ ਇੱਕ ਅਖੰਡ ਭਾਰਤ ਰੱਖਣ ਦੇ ਲਈ, ਅਟੁੱਟ ਦੇਸ਼ ਰੱਖਣ ਦੇ ਲਈ ਉਹਨਾਂ ਪ੍ਰਧਾਨਾਂ ਨੂੰ ਮਨਾ ਲਿਆ ਤੇ ਉਹਨਾਂ ਨੂੰ ਖਬਰਾਂ ਦੇਣ ਲਈ ਤੇ ਸਿੱਖਾਂ ਦੀ ਮੁਖਬਰੀ ਕਰਨ ਦੇ ਲਈ ਮਨਾ ਲਿਆ। ਤੇ ਇਸ ਕੰਮ ਦੇ ਲਈ ਉਹਨਾਂ ਨੂੰ ਜਿੰਨੇ ਭਾਰਤ ਦੇ ਵਿੱਚ ਉਹਨਾਂ ਦੇ ਕਾਰਜ ਰੁਕੇ ਹੋਏ ਰਹਿੰਦੇ ਸਨ ਜਾਂ ਵੀਜ਼ੇ ਦੀ ਸਮੱਸਿਆ ਸੀ, ਉਹਦੇ ਲਈ ਉਹਨਾਂ ਦਾ ਰਾਹ ਸੀ ਜਿਹੜਾ ਉਹ ਪੱਧਰਾ ਕੀਤਾ ਗਿਆ, ਉਹਨਾਂ ਨੂੰ ਆਜ਼ਾਦੀ ਦਿੱਤੀ ਗਈ। ਤੇ ਇਸ ਬਦਲੇ ਉਹਨਾਂ ਨੂੰ ਇਹ ਦੱਸਿਆ ਗਿਆ, ਉਹਨਾਂ ਦੇ ਦਿਮਾਗ ਦੇ ਵਿੱਚ ਘੋਲ ਕੇ ਪਾਇਆ ਗਿਆ ਕਿ ਇਹ ਕੰਮ ਤੁਸੀਂ ਮੁਖਬਰੀ ਦਾ ਕੰਮ ਨਹੀਂ ਕਰ ਰਹੇ, ਇਹ ਕੰਮ ਤੁਸੀਂ ਦੇਸ਼ ਭਗਤੀ ਦਾ ਕੰਮ ਕਰ ਰਹੇ ਹੋ, ਤੁਸੀਂ ਸੱਚੇ ਭਾਰਤੀ ਹੋ ਤੇ ਤੁਸੀਂ ਇਹ ਸਾਰਾ ਕੁਝ ਕਰਨਾ। ਸੋ ਉਹ ਕਿਤਾਬ ਨੂੰ ਪੜ੍ਹਦਿਆਂ ਹੋਇਆਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ। ਤੇ ਕੁਝ ਗੱਲਾਂ ਉਹ ਸੱਚ ਵੀ ਕਹਿ ਗਿਆ ਮਲੋਏ ਕ੍ਰਿਸ਼ਨਾਧਰ। ਹਾਲਾਂਕਿ ਉਸਨੇ ਕੁਝ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਬਣਾ ਕੇ ਪੇਸ਼ ਕੀਤਾ, ਬਣਾ ਕੇ ਇਸ ਤਰੀਕੇ ਨਾਲ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਵੀ ਇਹ ਕਿਤਾਬ ਪੜ੍ਹੂਗਾ ਤਾਂ ਉਹ ਸਿੱਖ ਦੂਜੇ ਸਿੱਖ ਦੇ ਉੱਤੇ ਯਕੀਨ ਨਹੀਂ ਕਰੂਗਾ। ਇਹੋ ਹੀ ਇਸ ਕਿਤਾਬ ਦਾ ਜਿਹੜਾ ਮਕਸਦ ਹੈ ਮਲੋਏ ਕ੍ਰਿਸ਼ਨਾਧਰ ਦਾ, ਇਸ ਕਿਤਾਬ ਨੂੰ ਛਾਪਣ ਦਾ, ਇਸ ਕਿਤਾਬ ਨੂੰ ਵੱਡੀ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਵੰਡਣ ਦਾ। ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਪੜ੍ਹੀ, ਮੈਂ ਵੀ ਪੜ੍ਹੀ ਹੈ। ਮੈਂ ਪੜ੍ਹ ਕੇ ਉਸ ਤੋਂ ਬਾਅਦ ਇਹਦਾ ਮੁਤਾਲਿਆ ਕਰਨ ਲੱਗਾ। ਜਿਹੜਾ ਵੀ ਸਿੱਖ ਇਸ ਕਿਤਾਬ ਨੂੰ ਪੜ੍ਹੇਗਾ, ਉਹਦੀ ਕਿਤਾਬ ਦੀ ਸ਼ਬਦਾਵਲੀ, ਵਾਕ ਬਣਤਰ ਤੇ ਘਟਨਾਵਾਂ ਦਾ ਵੇਰਵਾ ਇਸ ਤਰੀਕੇ ਨਾਲ ਦਿੱਤਾ ਗਿਆ ਕਿ ਉਸਨੇ ਸਮੁੱਚੇ ਰੂਪ ਦੇ ਵਿੱਚ ਇਹ ਸਾਬਤ ਕੀਤਾ ਕਿ ਸਿੱਖਾਂ ਨੂੰ ਗੁਰਦੁਆਰਾ ਰਾਜਨੀਤੀ ਦੇ ਵਿੱਚ ਖਰੀਦਣਾ ਤੇ ਉਹਨਾਂ ਨੂੰ ਸੰਦ ਬਣਾਉਣਾ ਬਹੁਤ ਸੌਖਾ, ਉਹ ਸਸਤੇ 'ਚ ਹੀ ਬਣ ਜਾਂਦੇ ਨੇ। ਸੋ ਜਦੋਂ ਇਹ ਕਿਤਾਬ ਪੜ੍ਹਦੇ ਆ ਜਾਂ ਇਹਨਾਂ ਘਟਨਾਵਾਂ ਨੂੰ ਜਿਨ੍ਹਾਂ ਦਾ ਗੁਰਦੁਆਰਾ ਪੋਲਿਟਿਕਸ ਬਾਰੇ ਜ਼ਿਕਰ ਕੀਤਾ ਮਲੋਏ ਕ੍ਰਿਸ਼ਨਾਧਰ ਨੇ, ਉਸ ਤੋਂ ਬਾਅਦ ਹਰ ਸਿੱਖ ਇਹ ਸੋਚੇਗਾ ਯਾਰ ਉਹ ਕਿਤੇ ਪ੍ਰਧਾਨ ਜਿਹੜਾ ਗੁਰਦੁਆਰੇ ਦਾ ਉਹ ਸਰਕਾਰੀ ਤਾਂ ਨਹੀਂ, ਉਹ ਤਾਂ ਏਜੰਸੀ ਦਾ ਬੰਦਾ। ਇਸ ਤਰ੍ਹਾਂ ਸ਼ੱਕ ਪੈਦਾ ਹੋਣ ਲੱਗ ਜਾਂਦਾ। ਪਰ ਉਹ ਏਜੰਸੀ ਦਾ ਬੰਦਾ ਹੋਵੇ ਜਾਂ ਨਾ ਹੋਵੇ, ਉਹ ਸਿੱਖਾਂ ਦੀ ਮੁਖਬਰੀ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ, ਉਹ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ ਹੋਵੇ ਨਾ ਕਰਦਾ ਹੋਵੇ, ਉਹਦੇ ਤੇ ਸ਼ੱਕ ਜਾਂਦਾ ਹੈ। ਪਰ ਉਹ ਇੱਕ ਗੱਲ ਇਹ ਵੀ ਹੈ ਕਿ ਉਹ ਭਾਵੇਂ ਉਸ ਸਿਸਟਮ ਦਾ ਹਿੱਸਾ ਨਾ ਹੋਵੇ, ਭਾਰਤੀ ਸਿਸਟਮ ਦਾ, ਪਰ ਅਸੀਂ ਇਹ ਕਿਤਾਬ ਪੜ੍ਹਨ ਤੋਂ ਬਾਅਦ ਜਿਹੜਾ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋਇਆ, ਉਹਦੇ ਤਹਿਤ ਆਪਣੇ ਤੌਰ ਦੇ ਉੱਤੇ ਇਹ ਮੰਨ ਲੈਂਦੇ ਹਾਂ ਤੇ ਦੂਜੇ ਨੂੰ ਵੀ ਜਚਾ ਦਿੰਦੇ ਹਾਂ ਤੇ ਦੂਜੇ ਦੀ ਇਸ ਬਾਰੇ ਕਹੀ ਹੋਈ ਗੱਲ ਨੂੰ ਧਾਰਨ ਵੀ ਕਰ ਲੈਂਦੇ ਹਾਂ ਕਿ ਹਾਂ ਜੀ ਉਹ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਜਾਂ ਕਮੇਟੀ ਸਿਸਟਮ ਦਾ ਹਿੱਸਾ ਹੈ। ਹਾਲਾਂਕਿ ਅਜਿਹਾ ਸੰਭਵ ਨਹੀਂ ਹੈ, ਪਰ ਅਸੀਂ ਮੰਨ ਲੈਂਦੇ ਹਾਂ। ਕੁਝ ਉਦਾਹਰਨਾਂ ਨੇ ਸਾਡੇ ਨੇੜੇ ਤੇੜੇ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਅਸੀਂ ਦੇਖਦੇ ਹਾਂ ਕਈ ਥਾਵਾਂ ਦੇ ਉੱਤੇ ਅਜਿਹੇ ਗੁਰਦੁਆਰੇ ਨੇ ਜਿਨ੍ਹਾਂ ਦੀਆਂ ਕਮੇਟੀਆਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਨੇ ਜਿਹੜੀਆਂ ਇਸ ਤਰ੍ਹਾਂ ਲੱਗਦਾ ਕਿ ਇਹ ਸਰਕਾਰੀ ਨੇ। ਹਾਂ ਠੀਕ ਹੈ ਕਿ ਉਹ ਭਾਵੇਂ ਸਰਕਾਰ ਦਾ ਪੱਖ ਪੂਰਿਆ ਜਾਂਦਾ ਉਹਨਾਂ ਤੋਂ ਜਾਣੇ ਅਣਜਾਣੇ, ਇਸ ਕਾਰਨ ਲੱਗਦਾ ਸਾਨੂੰ ਕਿ ਉਹ ਸਰਕਾਰੀ ਨੇ, ਪਰ ਅਜਿਹਾ ਨਹੀਂ। ਉਹਨਾਂ ਨੂੰ ਸਮਝਾਇਆ ਜਾ ਸਕਦਾ, ਉਹਨਾਂ ਨੂੰ ਹਵਾਲੇ ਦਿੱਤੇ ਜਾ ਸਕਦੇ ਨੇ, ਉਹਨਾਂ ਨੂੰ ਮੋੜ ਕੇ ਲਿਆਂਦਾ ਜਾ ਸਕਦਾ ਕਿ ਜੇ ਤੁਸੀਂ ਇੱਕ ਸ਼ਰਤ ਘੱਟੋ ਘੱਟ ਮੈਂ ਤੁਹਾਨੂੰ ਦੱਸਦਾ ਜਿਹੜੀ ਅੰਬੈਸੀ ਵੱਲੋਂ ਰੱਖੀ ਗਈ ਹੈ, ਜਿੰਨੇ ਵੀ ਗੁਰਦੁਆਰੇ ਨੇ ਸਿੱਖਾਂ ਦੇ ਗੁਰਦੁਆਰੇ, ਉਹਨਾਂ ਦੇ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਤੁਸੀਂ ਸ਼ਹੀਦਾਂ ਦੇ ਪਾਠ ਨਹੀਂ ਕਰਾਓਗੇ, ਸ਼ਹੀਦਾਂ ਦੇ ਭੋਗ ਨਹੀਂ ਪਾਓਗੇ। ਕਿਉਂਕਿ ਅਸੀਂ ਦੇਖਦੇ ਹਾਂ ਕਿ 1990 91 ਤੱਕ 92 ਤੱਕ
ਜਿਹੜੇ ਗੁਰਦੁਆਰੇ ਸਨ ਉਹਨਾਂ ਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦੀਆਂ ਜਿਹੜੀਆਂ ਬਰਸੀਆਂ ਮਨਾਈਆਂ ਜਾਂਦੀਆਂ ਸਨ। ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਬਾਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਜਾਂਦੇ ਸਨ, ਬਰਸੀ ਮਨਾਈ ਜਾਂਦੀ ਸੀ। ਹੋਰ ਸ਼ਹੀਦਾਂ ਦੀਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾ, ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਸਨ। ਇਹਦੇ ਨਾਲ ਹੀ ਸਿੱਖ ਰਾਜਨੀਤੀ ਨੂੰ ਲੈ ਕੇ, ਸਿੱਖ ਰਾਜਨੀਤੀ ਪੰਜਾਬ ਦੀ ਆਜ਼ਾਦੀ ਨੂੰ ਲੈ ਕੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਨੇ ਪੋਲੀਟੀਕਲ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਸਨ, ਰਾਜਨੀਤਿਕ ਕਾਨਫਰੰਸਾਂ। ਇਹਨਾਂ ਦਾ ਸਿਲਸਿਲਾ ਹੁਣ ਹੈ ਨਹੀਂ, ਬੰਦ ਹੋ ਗਿਆ। ਇਹ ਕਿਤੇ ਨਾ ਕਿਤੇ ਏਜੰਸੀਆਂ ਨੇ ਅੰਬੈਸੀਆਂ ਦੇ ਰਾਹੀਂ ਇਹ ਗੱਲ ਪੱਕਿਆਂ ਕਰ ਦਿੱਤੀ ਕਿ ਜਿਹੜਾ ਵੀ ਗੁਰਦੁਆਰਾ ਜਾਂ ਜਿਹੜੀ ਵੀ ਗੁਰਦੁਆਰਾ ਕਮੇਟੀ ਅਜਿਹਾ ਕੋਈ ਸਮਾਗਮ ਕਰਵਾਏਗੀ ਗੁਰਦੁਆਰਾ ਸਾਹਿਬ ਦੇ ਵਿੱਚ, ਉਸ ਦੇ ਨੇੜੇ ਤੇੜੇ ਦੇ ਕਿਸੇ ਵੀ ਵਿਅਕਤੀ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਏਗਾ ਤੇ ਪਿੱਛੇ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਇਹ ਗੱਲ ਉਹਨਾਂ ਨੇ ਜ਼ਾਹਰਾ ਤੌਰ ਦੇ ਉੱਤੇ ਕੱਲੇ ਨੂੰ ਬੁਲਾ ਕੇ ਅੰਬੈਸੀ ਦੇ ਵਿੱਚ ਦੱਸ ਦਿੱਤੀ ਹੈ। ਸੋ ਉਹਦਾ ਨਤੀਜਾ ਇਹ ਨਿਕਲਿਆ। ਤੁਸੀਂ ਇਸ ਪੜਾਅ ਦੇ ਉੱਤੇ ਅੱਗੇ ਕੀ ਕਰਨਾ, ਇਹ ਹੁਣ ਤੁਸੀਂ ਦੇਖਣਾ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਉਹੀ ਜਿਹੜਾ ਮਲੋਏ ਕ੍ਰਿਸ਼ਨਾ ਧਰ ਹੈ ਜਿਸ ਨੂੰ ਜੂਨ 1984 ਤੋਂ ਤੁਰੰਤ ਬਾਅਦ ਅਮਰੀਕਾ ਭੇਜਿਆ ਗਿਆ ਸੀ, ਤਾਂ ਕਿ ਇੱਥੋਂ ਦਾ ਜਿਹੜਾ ਸਿੱਖਾਂ ਦਾ ਮਜ਼ਬੂਤ ਆਰਥਿਕ ਜਥੇਬੰਦਕ ਢਾਂਚਾ ਇੱਕ ਉਸ ਨੂੰ ਤੋੜਿਆ ਜਾ ਸਕੇ, ਉਸ ਨੂੰ ਪੰਜਾਬ ਦੀ ਆਜ਼ਾਦੀ ਦੇ ਲਈ ਹੋਰ ਵੱਡੇ ਪੱਧਰ ਦੇ ਉੱਤੇ ਜਥੇਬੰਦ ਹੋਣ ਤੋਂ ਰੋਕਿਆ ਜਾ ਸਕੇ। ਇਹ ਮਲੋਏ ਕ੍ਰਿਸ਼ਨਾ ਧਰ ਦੀ ਰਾਹ ਦੇ ਜੁਆਇੰਟ ਡਾਇਰੈਕਟਰ ਵਜੋਂ ਇਹ ਇੱਥੇ ਡਿਊਟੀ ਸੀ। ਇਸ ਨੇ ਬਾਖੂਬ ਤਰੀਕੇ ਨਾਲ ਨਿਭਾਈ ਤੇ ਨਾਲ ਹੀ ਇਹਨੇ ਵੈਨਕੂਵਰ ਤੇ ਟੋਰਾਂਟੋ ਦੇ ਦੌਰੇ ਕਰਕੇ ਉੱਥੇ ਵੀ ਜਿਹੜਾ ਹੈ ਆਪਣਾ ਅਸਰ ਛੱਡਣ ਦੀ ਕੋਸ਼ਿਸ਼ ਕੀਤੀ। ਮੇਨਕਾ ਗਾਂਧੀ ਦੀ ਜਸੂਸੀ ਕੀਤੀ ਸੀ ਇਸ ਬੰਦੇ ਨੇ। ਜਦੋਂ ਇੰਦਰਾ ਗਾਂਧੀ ਨੇ ਮੇਨਕਾ ਗਾਂਧੀ ਨੂੰ ਘਰੋਂ ਕੱਢ ਦਿੱਤਾ ਤਾਂ ਉਸ ਦੀ ਜਸੂਸੀ ਕੀਤੀ ਸੀ ਤੇ ਉਹਦੇ ਬਾਰੇ ਅਤਾ ਪਤਾ ਕਰਕੇ ਉਸ ਨੂੰ ਜਥੇਬੰਦ ਹੋਣ ਤੋਂ ਰੋਕਣ ਦੇ ਲਈ ਵੀ ਇਹਨੇ ਕਾਰਵਾਈਆਂ ਕੀਤੀਆਂ ਸਨ। ਤੇ ਇਹਦੇ ਨਾਲ ਹੀ ਜਿਹੜੀ ਟ੍ਰੇਨਿੰਗ LTTE ਦੇ ਬੰਦਿਆਂ ਨੂੰ ਦਿੱਤੀ ਗਈ ਚਕਰਾਤਾ ਦੇ ਵਿੱਚ, ਉਸ ਮੁਹਿੰਮ ਦਾ ਵੀ ਇਹ ਬੰਦਾ ਹਿੱਸਾ ਰਿਹਾ। ਤੇ ਬਾਅਦ ਦੇ ਵਿੱਚ ਸਾਨੂੰ ਪਤਾ ਕਿ ਲੀਟੇ ਵਾਲਿਆਂ ਨੇ ਕਿਵੇਂ ਤੋੜ ਵਿਛੋੜਾ ਕੀਤਾ ਭਾਰਤ ਨਾਲ ਤੇ ਭਾਰਤ ਨਾਲ ਕਿਵੇਂ ਸੰਘਰਸ਼ ਕੀਤਾ, ਉਹ ਬਾਅਦ ਦੀਆਂ ਗੱਲਾਂ ਨੇ, ਉਹ ਇੱਕ ਵੱਖਰਾ ਵਿਸ਼ਾ। ਪਰ ਇਹ ਗੁਰਦੁਆਰਿਆਂ 'ਚ ਘੁਸਪੈਠ ਕਰਦਾ ਤੇ ਸਭ ਤੋਂ ਜਿਹੜਾ ਜ਼ਿਆਦਾ ਸੀਨੀਅਰ ਤੇ ਵੱਡੇ ਪੁਰਾਣੇ ਸਥਾਪਿਤ ਸਿੱਖ ਸਨ ਅਮਰੀਕਾ ਦੇ ਵਿੱਚ, ਬਹੁਤ ਅਮੀਰ ਸਿੱਖ ਸਨ ਜਿਨ੍ਹਾਂ ਕੋਲ ਬਹੁਤ ਪੈਸਾ ਸੀ। ਜੂਨ 1984 ਤੋਂ ਬਾਅਦ ਜਦੋਂ ਇਹਨਾਂ ਸਿੱਖਾਂ ਨੇ ਮਹਿਸੂਸ ਕੀਤਾ ਕਿ ਸਾਡਾ ਤਾਂ ਮਰਨ ਹੋ ਗਿਆ, ਸਾਡੇ ਜਿਹੜੇ ਰਾਜਨੀਤਿਕ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ, ਦਰਬਾਰ ਸਾਹਿਬ ਤੇ ਫੌਜਾਂ ਨੇ ਹਮਲਾ ਕੀਤਾ ਤੇ ਉੱਥੇ ਖੂਨ ਦੀਆਂ ਨਦੀਆਂ ਚੱਲ ਗਈਆਂ ਨੇ ਤੇ ਹੁਣ ਸਾਡਾ ਜਿਉਣਾ ਕੋਈ ਜਿਉਣਾ ਨਹੀਂ ਤੇ ਸਾਡਾ ਜਿਹੜਾ ਪੈਸਾ ਕਮਾਇਆ ਹੋਇਆ ਤੇ ਅਸੀਂ ਇਹ ਕੌਮ ਦੀ ਆਜ਼ਾਦੀ ਤੇ ਹੀ ਖਰਚ ਦੇਣਾ। ਉਸ ਪੈਸੇ ਨੂੰ ਇਹਨਾਂ ਲੋਕਾਂ ਨੇ ਵਰਤਿਆ, ਸਾਡੀਆਂ ਜੁੱਤੀਆਂ ਸਾਡੇ ਹੀ ਸਿਰ। ਉਹ ਮਲੋਏ ਕ੍ਰਿਸ਼ਨਾ ਧਰ ਨੇ ਉਸ ਨੂੰ ਜਥੇਬੰਦ ਹੋਣ ਤੋਂ ਤੇ ਸਹੀ ਲੋਕਾਂ ਤੱਕ ਸਹੀ ਅਰਥਾਂ ਦੇ ਵਿੱਚ ਲੜਾਈ ਤੱਕ ਪਹੁੰਚਣ ਤੋਂ ਰੋਕਣ ਲਈ ਉਹ ਵੱਡੇ ਪੱਧਰ ਦੇ ਉੱਤੇ ਕਾਰਵਾਈਆਂ ਕੀਤੀਆਂ ਤੇ ਇਹਨਾਂ ਕਾਰਵਾਈਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ। ਤੇ ਅਮੀਰ ਸਿੱਖਾਂ ਦੇ ਨਾਲ ਮਲੋਏ ਕ੍ਰਿਸ਼ਨਾ ਧਰ ਨੇ ਸਾਡੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਨਾਲ ਵੀ ਉਸਨੇ ਰਾਬਤਾ ਕਾਇਮ ਕੀਤਾ, ਕਿਉਂਕਿ ਅਮੀਰ ਸਿੱਖ ਹੈ, ਉਹ ਪੈਸੇ ਦੇ ਸਕਦਾ, ਜਥੇਬੰਦਕ ਤੌਰ ਦੇ ਉੱਤੇ ਅਗਵਾਈ ਕਰ ਸਕਦਾ ਤੇ ਲਹਿਰ ਨੂੰ ਕਿਸੇ ਨੂੰ ਸਪੋਰਟ ਕਰ ਸਕਦਾ ਆਪਣੇ ਤਰੀਕੇ ਨਾਲ। ਪਰ ਜਿਹੜੇ ਸਿੱਖਾਂ ਦੇ ਅੱਗੇ ਪਿੱਛੇ ਕੁਝ ਨਹੀਂ ਹੁੰਦਾ, ਰੋਜ਼ ਦੀ ਕਮਾ ਕੇ ਰੋਜ਼ ਖਾਣ ਵਾਲੇ ਹੁੰਦੇ ਨੇ, ਉਹ ਸੰਘਰਸ਼ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਣ ਦੀ ਇੱਕੋ ਇੱਕ ਜਿਹੜੀ ਤਾਕਤ ਹੁੰਦੇ ਨੇ। ਉਸ ਤਾਕਤ ਨੂੰ ਖੁੰਡਿਆ ਕਰਨ ਦੇ ਲਈ ਮਲੋਏ ਕ੍ਰਿਸ਼ਨਾ ਧਰ ਨੇ ਉਹਨਾਂ ਨੂੰ ਫਿਰ ਲਾਲਚ ਦੇਣ ਜਾਂ ਉਹਨਾਂ ਨੂੰ ਆਪਣੇ ਵੱਸ ਦੇ ਵਿੱਚ ਕਰਨ ਦੀ ਜਿਹੜੀ ਪੈਂਤੜੇਬਾਜ਼ੀ ਆ ਉਹ ਕੀਤੀ, ਕਾਮਯਾਬੀ ਦੇ ਨਾਲ ਕੀਤੀ। ਵੱਡੀ ਗੱਲ ਤਾਂ ਇਹ ਹੈ, ਬਹੁਤ ਸਾਰੇ ਲੋਕਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਹੱਥ ਲਿਖਤ ਕੋਈ ਆਪਣੇ ਵੱਲੋਂ ਹੀ ਘੜ ਕੇ ਚਿੱਠੀ ਜਿਹੜੀ ਹੈ ਦਿੱਤੀ ਤੇ ਇੱਥੋਂ ਦੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਪਾਇਆ ਕਿ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਜਦੋਂ ਉਹ ਸ਼ਹੀਦ ਹੋ ਜਾਣਗੇ, ਇਸ ਲੜਾਈ ਦੇ ਵਿੱਚ ਉਹ ਚਲੇ ਜਾਣਗੇ, ਆਪਣੀ ਜਾਨ ਦੇ ਦੇਣਗੇ, ਤਾਂ ਤੁਸੀਂ ਅਮਰੀਕਾ ਜਾ ਕੇ ਉੱਥੋਂ ਦੇ ਸਿੱਖਾਂ ਨੂੰ ਅਗਵਾਈ ਦੇਣੀ ਹੈ। ਇੱਦਾਂ ਦੀ ਇੱਕ ਚਿੱਠੀ ਉਹ ਲੈ ਕੇ ਆਏ ਇੱਥੇ ਤੇ ਉਸ ਚਿੱਠੀ ਨੂੰ ਦੇਖ ਕੇ ਸਿੱਖ ਰੋਏ, ਨਾਲੇ ਉਹਨਾਂ ਨੂੰ ਗਲ ਵੱਕੜੀਆਂ ਪਾਈਆਂ, ਉਹ ਚਿੱਠੀ ਨੂੰ ਵਾਰ-ਵਾਰ ਮੱਥੇ ਲਾਇਆ ਉਹਨਾਂ ਨੇ ਤੇ ਉਹ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ। ਇਹ
ਜਿਹੜੀ ਵਿਉਂਤਬੰਦੀ ਹੈ, ਯੋਜਨਾਬੰਦੀ ਹੈ, ਅਸੀਂ ਇਸ ਨੂੰ ਸਮਝਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ। ਤੇ ਜੇ ਕਿਤੇ ਜਦੋਂ ਅਸੀਂ ਸਮਝੇ ਤਾਂ ਅਸੀਂ ਰੌਲਾ ਪਾਇਆ ਇਹਦੇ ਬਾਰੇ, ਸਿੱਖਾਂ ਨੇ ਸਥਾਨਕ ਪੱਧਰ ਦੇ ਉੱਤੇ ਤੇ ਦੂਜੇ ਇੱਕ ਦੂਜੇ ਪੱਧਰ ਦੇ ਉੱਤੇ। ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਪਰ ਇਹ ਰੌਲਾ ਸੀ ਜਿਹੜਾ ਵੱਡੇ ਪੱਧਰ ਦੇ ਉੱਤੇ ਅੱਜ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਗੱਲਬਾਤ ਫੈਲਦੀ ਹੈ, ਇਹਦੇ ਨਾਲੋਂ ਵੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਇਸ ਦੇ ਬਾਰੇ ਰੌਲਾ ਪਿਆ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਲੱਗੀ। ਸੋ ਜਿਹੜੇ ਪਿਓਰ ਤੇ ਸਹੀ ਸਪਿਰਿਟ ਵਾਲੇ ਬੰਦੇ, ਜਿਹੜੇ ਸਹੀ ਸੱਚੇ ਮਨ ਦੇ ਨਾਲ ਕੌਮ ਦੀ ਸੇਵਾ ਦੇ ਵਿੱਚ ਲੱਗੇ ਹੋਏ ਸਨ, ਉਹਨਾਂ ਦੇ ਉੱਤੇ ਵੀ ਦੋਸ਼ ਲਾਏ ਗਏ, ਉਹਨਾਂ ਦੇ ਉੱਤੇ ਵੀ ਦੋਸ਼ ਲਾਏ ਗਏ ਕਿ ਤੂੰ ਗਦਾਰ ਹੈ। ਇਹ ਮਲੋਏ ਕ੍ਰਿਸ਼ਨਾਧਰ ਦੀ ਕਿਤਾਬ ਹੈ ਜਿਹੜੀ ਓਪਨ ਸੀਕ੍ਰੇਟ, ਇਹਦੀ ਖਾਸੀਅਤ ਹੈ ਇਹ ਕਿਤਾਬ ਦੀ ਕਿ ਤੁਹਾਨੂੰ ਚੰਗਾ ਭਲਾ ਬੰਦਾ ਵੀ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਰਦਾ ਹੋਇਆ ਵੀ ਜਿਹੜਾ ਬੰਦਾ ਤੇ ਜਿਹੜਾ ਸਹੀ ਅਰਥਾਂ ਦੇ ਵਿੱਚ ਸੰਘਰਸ਼ ਕਰ ਰਿਹਾ, ਜਿਸ ਦਾ ਘਰ ਘਾਟ ਲੁੱਟਿਆ ਜਾ ਚੁੱਕਾ ਹੈ, ਜਿਸ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉਗਾਇਆ ਤੇ ਉਹਦੇ ਘਰ ਦੇ ਜੀ ਇਸ ਵੇਲੇ ਭੁੱਖੇ ਮਰ ਰਹੇ ਨੇ, ਤੇ ਉਹਨਾਂ ਉੱਤੇ ਵੀ ਅਜਿਹੇ ਦੋਸ਼ ਲੱਗਦੇ ਰਹੇ ਨੇ, ਜਾਂਦੇ ਨੇ। ਜੇ ਤੁਹਾਨੂੰ ਸਹੀ ਅਰਥਾਂ ਦੇ ਵਿੱਚ ਕਿਸੇ ਵਿਅਕਤੀ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਬੜਾ ਸੌਖਾ ਤਰੀਕਾ ਪਤਾ ਕਰਨ ਬਾਰੇ ਉਹਦੇ ਘਰ ਜਾਓ, ਉਹਦਾ ਘਰ ਲੱਭੋ ਕਿੱਥੇ ਹੈ, ਉਹਦੇ ਘਰ ਦੀ ਹਾਲਤ ਦੇਖ ਲਓ ਇੱਕ ਵਾਰੀ, ਤੁਹਾਨੂੰ ਸਹੀ ਅਰਥਾਂ ਦੇ ਵਿੱਚ ਪਤਾ ਲੱਗ ਜਾਊਗਾ ਕਿ ਉਹ ਵਿਅਕਤੀ ਵਿਸ਼ੇਸ਼ ਕੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਮਲੋਏ ਕ੍ਰਿਸ਼ਨਾਧਰ ਦੀ ਕਿਤਾਬ ਦੀ। ਇੱਕ ਖਾਸੀਅਤ ਹੈ ਕਿ ਕਿਸੇ ਸਿੱਖ ਨੇ ਇਸ ਕਿਤਾਬ ਦੇ ਉੱਤੇ ਹਾਲੇ ਤੱਕ ਕਿੰਤੂ ਪ੍ਰੰਤੂ ਨਹੀਂ ਕੀਤਾ। ਕਿੰਤੂ ਪ੍ਰੰਤੂ ਕੀਤਾ ਜਿਹੜੇ ਇਹਦੇ ਚ ਨਾਮ ਆਏ ਨੇ ਉਹਨਾਂ ਤੇ ਕੀਤਾ, ਇੱਕ ਦੂਜੇ ਦੇ ਉੱਤੇ ਦੋਸ਼ ਵੱਧ ਗਏ। ਇੱਕ ਖਾਸੀਅਤ ਹੈ ਇਸ ਕਿਤਾਬ ਦੀ। ਇਹੋ ਹੀ ਗੱਲ ਸੰਗਤ ਸਿੰਘ ਦੀ ਕਿਤਾਬ ਦੀ ਹੈ। ਡਾਕਟਰ ਸੰਗਤ ਸਿੰਘ ਤਾਂ ਰਾਹ ਦੇ ਵਿੱਚ ਸੀਨੀਅਰ ਅਫਸਰ ਦੇ ਵਜੋਂ ਕੰਮ ਕਰਦਾ ਰਿਹਾ, ਉਹ ਵੀ ਜੁਆਇੰਟ ਡਾਇਰੈਕਟਰ ਰਹਿ ਚੁੱਕਾ ਹੈ। ਸੰਗਤ ਸਿੰਘ ਵੀ ਇੱਕ ਸਿੱਖ ਅਫਸਰ ਉੱਥੇ ਰਾਹ ਏਜੰਸੀ ਦੇ ਵਿੱਚ ਰਿਹਾ। ਮਲੋਏ ਕ੍ਰਿਸ਼ਨਾਧਰ ਤਾਂ ਚਲੋ ਦੂਜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਨਾ, ਦੂਜੇ ਧਰਮ ਨੂੰ, ਦੂਜੀ ਕੌਮ ਨੂੰ ਬਿਲੋਂਗ ਕਰਦਾ। ਜਿਹੜਾ ਸੰਗਤ ਸਿੰਘ ਹੈ ਇਹ ਤਾਂ ਸਿੱਖ ਹੈ। ਸੰਗਤ ਸਿੰਘ ਨੇ ਸਾਰੀਆਂ ਗੱਲਾਂ ਨੇ ਜਿਹੜੀਆਂ ਅਖਬਾਰਾਂ ਤੇ ਪੱਤਰਕਾਰਾਂ ਦੇ ਹਵਾਲਿਆਂ ਨੂੰ ਕੱਟ ਪੇਸਟ ਕਰਕੇ ਆਪਣੀ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਹੋਇਆ। ਸੋ ਇਹਦੇ ਚ ਜਿੰਨੀ ਵੀ ਗੱਲ ਸ਼ੇਖਰ ਗੁਪਤਾ ਕਹਿੰਦਾ ਸੰਤ ਜਰਨੈਲ ਸਿੰਘ ਬਾਰੇ, ਉਸ ਨੂੰ ਅੰਡਰਲਾਈਨ ਕਰਕੇ ਬੋਲਡ ਅੱਖਰਾਂ ਦੇ ਵਿੱਚ ਲਿਖਦਾ, ਕਿਉਂਕਿ ਸੰਤਾਂ ਦੇ ਖਿਲਾਫ ਜਾਂਦੀ ਹੈ। ਉਸ ਦਾ ਸਾਰਾ ਜ਼ੋਰ ਜਿਹੜਾ ਹੈਗਾ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗਲਤ ਸਾਬਤ ਕਰਨ ਤੇ ਲੱਗਿਆ ਹੋਇਆ। ਪਰ ਉਹ ਇੱਕ ਚੀਜ਼ ਦੇ ਓਲੇ ਥੱਲੇ ਕੀਤਾ ਗਿਆ। ਉਹਦਾ ਜ਼ਿਆਦਾ ਵੱਡਾ ਜਿਹੜਾ ਹਿੱਸਾ ਕਿਤਾਬ ਦਾ ਉਹ ਕੇਂਦਰ ਸਰਕਾਰ ਦੀ ਨੁਕਤਾਚੀਨੀ ਦੇ ਵਿੱਚ ਲੱਗਿਆ ਹੋਇਆ। ਹੁਣ ਜਿਹੜੀਆਂ ਸਾਰਿਆਂ ਨੂੰ ਪਤਾ ਕਿ ਰਾਹ ਏਜੰਸੀ ਦੇ ਵਿੱਚ ਜਿਹੜੇ ਅਫਸਰ ਨੇ, ਜਿੰਨੇ ਵੀ ਕੰਮ ਕਰਦੇ ਨੇ, ਜਾਂ ਥਰਡ ਏਜੰਸੀ ਦੇ ਵਿੱਚ ਜਿਹੜੇ ਅਫਸਰ ਸਨ ਕੰਮ ਕਰਦੇ, ਉਹ RSS ਨਾਮ ਦੀ ਜਥੇਬੰਦੀ ਦੇ ਸਰਗਰਮ ਕਾਰਕੁਨ ਰਹਿ ਚੁੱਕੇ ਨੇ। ਹਿੰਦੂਵਾਦੀ ਤਾਕਤਾਂ ਦੀ ਪੈਦਾਇਸ਼ ਨੇ ਉਹ, ਜਿਹੜੇ ਸਿਸਟਮ ਦੇ ਵਿੱਚ ਪਲ ਕੇ ਤਿਆਰ ਹੋ ਕੇ ਅਫਸਰ ਕੋਈ ਅੱਗੇ ਆਉਂਦਾ, ਉਹ ਬ੍ਰਾਹਮਣਵਾਦੀ ਤਾਕਤ ਦਾ ਉਹ ਸਿਸਟਮ ਜਿਹੜਾ ਹੈ ਉਸ ਨੂੰ ਉਹ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਨੇ। ਭਾਵੇਂ ਅਸੀਂ ਜਿੰਨੇ ਪੱਗ ਵਾਲੇ ਪੁਲਿਸ ਅਫਸਰ ਨੇ, KP ਗਿੱਲ ਨੇ, ਸੁਮੇਧ ਸੈਣੀ ਆ, ਜਨਰਲ ਬਰਾੜ ਹੈ, ਜੇ ਇਹ RSS ਦੀਆਂ ਵਿਚਾਰਧਾਰਾਵਾਂ ਦੇ ਅਨੁਕੂਲ ਜਿਹੜਾ ਹੈ ਉਹ ਅੱਗੇ ਜਾ ਕੇ ਵਰਕ ਕਰਦੇ ਨੇ, ਤਾਂ ਬਿਲਕੁਲ ਸੰਗਤ ਸਿੰਘ ਵੀ ਉਸੇ ਜਿਹੜੀ ਮੈਂ ਕਹਿੰਦਾ ਪ੍ਰਣਾਲੀ ਆ ਉਹਦੀ ਪੈਦਾਇਸ਼ ਹੋ ਕੇ, ਉਹਦੇ ਵਿੱਚੋਂ ਤਿਆਰ ਹੋ ਕੇ ਅੱਗੇ ਸਾਡੇ ਸਾਹਮਣੇ ਆਉਂਦਾ। ਮੋਟੇ ਤੌਰ ਦੇ ਉੱਤੇ ਜਿਹੜਾ ਹੈ ਉਹ ਸਰਕਾਰ ਦੀ ਸ਼ਿਕਾਇਤ ਕਰਦਾ, ਸਰਕਾਰ ਦੇ ਨਾਲ ਨਾਰਾਜ਼ਗੀ ਪ੍ਰਗਟ ਕਰਦਾ ਉਸ ਕਿਤਾਬ ਦੇ ਵਿੱਚ। ਤੇ ਜਾਂ ਜਿਹੜਾ ਗੁਰੂ ਕਾਲ ਤੋਂ ਗੱਲ ਸ਼ੁਰੂ ਕਰਦਾ, ਗੁਰੂ ਸਾਹਿਬ ਦਾ ਜਿਹੜਾ ਮੁਗਲਈ ਤਾਕਤਾਂ ਨਾਲ ਟਕਰਾਇਆ, ਉਹਦੇ ਚੋਂ ਮੁਗਲਈ ਤਾਕਤਾਂ ਨੂੰ ਕਸੂਰਵਾਰ ਠਹਿਰਾਉਂਦਾ। ਉੱਥੋਂ ਸਾਨੂੰ ਥੋੜਾ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ। ਅੱਗੇ ਆ ਕੇ ਅੰਗਰੇਜ਼ ਜਦੋਂ ਆਉਂਦੇ ਨੇ ਤਾਂ ਅੰਗਰੇਜ਼ਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਚੋਂ ਅੰਗਰੇਜ਼ ਹਕੂਮਤ ਨੂੰ ਕਸੂਰਵਾਰ ਠਹਿਰਾਉਂਦਾ। ਫਿਰ ਅੱਗੇ ਆਉਂਦਾ ਭਾਰਤ ਦੀ 1947 ਦੇ ਵਿੱਚ ਜਿਹੜੀ ਅਖੌਤੀ ਆਜ਼ਾਦੀ ਮਿਲਦੀ ਹੈ, ਉਹਦੇ ਚ ਉਹ ਫੇਰ ਗੱਲ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਸ਼ੁਰੂ ਕਰਦਾ। ਸਾਨੂੰ ਬੜਾ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਸੰਗਤ ਸਿੰਘ ਕਿ ਜੀ ਰਾਹ ਦੇ ਇੱਕ ਐਡੇ ਵੱਡੇ ਅਫਸਰ ਨੇ ਸਿੱਖਾਂ ਦੇ ਬਾਰੇ ਗੱਲ ਕਹੀ, ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਤੇ ਜਦੋਂ ਕੇਂਦਰ ਸਰਕਾਰ ਦੀ ਇਹ ਸਰਕਾਰਾਂ ਦੇਖੋ, ਹੁਣ ਉਹ ਸੰਗਤ ਸਿੰਘ ਦਾ ਸਿਸਟਮ ਹੈ, ਕਿਹੜੇ ਸਿਸਟਮ ਚੋਂ ਆਇਆ? ਉਹ RSS ਦੇ ਸਿਸਟਮ ਚੋਂ ਅੱਗੇ ਆਉਂਦਾ। RSS ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਜਮਾਤ ਹੈ, ਉਹਨੂੰ ਜਨਮ ਦੇਣ ਵਾਲੀ ਉਹਦੀ ਮਾਂ,
ਤੇ ਉਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਕ ਰਾਜਨੀਤਿਕ ਪਹੁੰਚ ਹੈ ਉਹ ਕਾਂਗਰਸ ਦੇ ਖਿਲਾਫ ਰਹੀ ਹੈ। ਹੁਣ ਸਾਕਾ ਜਿਹੜਾ ਵਾਪਰਦਾ ਦਰਬਾਰ ਸਾਹਿਬ ਦੇ ਵਿੱਚ, ਤੀਜਾ ਘੱਲੂਘਾਰਾ ਵਾਪਰਦਾ, ਉਹ ਕਿਉਂਕਿ ਕਾਂਗਰਸ ਪਾਰਟੀ ਭਾਰਤ ਦੀ ਉਸ ਵੇਲੇ ਰਾਹਨੁਮਾ ਹੁੰਦੀ ਹੈ, ਉੱਥੇ ਤਾਕਤ ਦੇ ਵਿੱਚ ਹੁੰਦੀ ਹੈ। ਇਸ ਕਾਰਨ ਸਾਰਾ ਜ਼ੋਰ ਤਾਂ ਉਹ ਉਧਰ ਵਿਰੋਧ ਦੇ ਵਿੱਚ ਪ੍ਰਗਟ ਕਰਦਾ 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 ਆ ਕੇ ਸੰਤ ਜਰਨੈਲ ਸਿੰਘ ਦੇ ਉੱਤੇ ਉਂਗਲ ਰੱਖ ਦਿੰਦਾ। ਉੱਥੇ ਸਾਡਾ ਧਿਆਨ ਨਹੀਂ ਜਾਂਦਾ ਹੈਗਾ ਕਿ ਜਦੋਂ ਸੰਤ ਜਰਨੈਲ ਸਿੰਘ ਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ ਕਿ ਠੀਕ ਹੈ, ਸਰਕਾਰਾਂ ਨੇ ਆਹ ਕੀਤਾ, ਵਿਰੋਧ ਦੇ ਵਿੱਚ ਕੀਤਾ ਸਿੱਖਾਂ ਦੇ, ਪਰ ਜੇ ਸੰਤ ਜਰਨੈਲ ਸਿੰਘ ਆਹ ਨਾ ਕਰਦਾ ਤਾਂ ਆਹ ਕੁਛ ਇਸ ਤਰ੍ਹਾਂ ਨਹੀਂ ਸੀ ਹੋਣਾ ਹੈਗਾ। ਉੱਥੇ ਆ ਕੇ ਉਹ ਸੰਤ ਜਰਨੈਲ ਸਿੰਘ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ, ਇੱਕ ਅਸਫਲ ਕੋਸ਼ਿਸ਼ ਕਰਦਾ। ਇਹ ਕੋਸ਼ਿਸ਼ ਉਦੋਂ ਤੱਕ ਅਸਫਲ ਹੈ ਜਦੋਂ ਤੱਕ ਅਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਇਸ ਨੂੰ ਅਧਿਐਨ ਕਰਦੇ ਹਾਂ, ਉਦੋਂ ਤੱਕ ਤਾਂ ਅਸਫਲ ਹੈ। ਪਰ ਉਹ ਕਾਮਯਾਬ ਹੋਏਗਾ ਤਾਂ ਜੇ ਅਸੀਂ ਇਸ ਨੂੰ ਵਿਸਾਰ ਦਾਂਗੇ, ਇਹਦੇ ਉੱਤੇ ਉਂਗਲ ਨਹੀਂ ਰੱਖਾਂਗੇ। ਸੋ ਇਹ ਗੱਲ ਹੈ। ਸੌਫਟ ਟਾਰਗੇਟ ਇੱਕ ਹੋਰ ਕਿਤਾਬ ਹੈ, ਇਹ ਤਾਂ ਰਹੀ ਸੰਗਤ ਸਿੰਘ ਦੀ। ਸੌਫਟ ਟਾਰਗੇਟ ਜਿਹੜਾ ਹੈ ਉਹਦੇ 'ਚ ਬੜੇ ਬਾਖੂਬ ਤਰੀਕੇ ਨਾਲ ਲੰਬੀ ਚੌੜੀ ਗੱਲਬਾਤ ਹੈ ਇੱਕ, ਤੇ ਉਹ ਕਿਤਾਬ ਹੈ ਜਿਹੜੀ ਕਨਿਸ਼ਕ ਬੰਬ ਕਾਂਡ, ਜਿਹੜਾ ਕੈਨੇਡਾ ਤੋਂ ਜਹਾਜ਼ ਭਾਰਤ ਜਾਣਾ ਸੀਗਾ, ਉਸ ਦੇ ਕਰੈਸ਼ ਦੇ ਨਾਲ, ਉਸ ਦੇ ਬੰਬ ਧਮਾਕਾ ਕਰਕੇ ਉਸ ਨੂੰ ਉਡਾਏ ਜਾਣ ਤੋਂ ਬਾਅਦ ਲਿਖੀ ਗਈ ਹੈ। ਇੱਕ ਖੋਜ ਭਰਪੂਰ ਕਿਤਾਬ ਹੈ। ਇਸ ਨੂੰ ਜ਼ੁਹੈਰ ਕਸ਼ਮੀਰੀ ਤੇ ਬ੍ਰਾਇਨ ਮੈਕੈਂਡਰਿਊ ਨੇ ਲਿਖਿਆ। ਇਹ ਦੋਵੇਂ ਪੱਤਰਕਾਰ ਨੇ। ਇਹਨਾਂ ਨੇ ਬਹੁਤ ਡੂੰਘਾਈ ਦੇ ਨਾਲ ਇਸ ਨੂੰ, ਇਹਨਾਂ ਘਟਨਾਵਾਂ ਨੂੰ ਵੇਰਵੇ ਦੇ ਨਾਲ ਪੈਨ ਕੀਤਾ। ਜ਼ਾਹਰ ਹੈ ਕਿ ਜਿਸ ਤਰੀਕੇ ਦੀ ਜਾਣਕਾਰੀ ਉਹਦੇ 'ਚ ਪੇਸ਼ ਕੀਤੀ ਗਈ ਹੈ, ਉਹਦੇ 'ਚ ਉਹ ਕੈਨੇਡਾ ਸਰਕਾਰ ਦੇ ਜਿਹੜੇ ਜਾਂਚ ਅਧਿਕਾਰੀ ਨੇ ਉਹਨਾਂ ਵੱਲੋਂ ਉਹਨਾਂ ਨੂੰ ਕਾਫੀ ਵੱਡੀ ਜਾਣਕਾਰੀ ਮੁਹੱਈਆ ਕਰਵਾਈ ਗਈ। ਪੱਤਰਕਾਰਾਂ ਦੇ ਸੋਰਸ ਜਿਹੜੇ ਹੁੰਦੇ ਨੇ, ਖੁਫੀਆ ਜਿਹੜੇ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਲੋਕ ਹੁੰਦੇ ਨੇ, ਤੇ ਖੁਫੀਆ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਜਿਹੜੇ ਸੋਰਸ ਹੁੰਦੇ ਨੇ ਪੱਤਰਕਾਰਾਂ ਦੇ ਵਿੱਚ ਹੁੰਦੇ ਨੇ। ਸੋ ਇੱਥੇ ਤਾਲਮੇਲ ਦਿਖਾਈ ਦਿੰਦਾ। ਪਰ ਇਹ ਇੱਕ ਵੱਡੀ ਗੱਲ ਹੈ ਜਿਹਦੇ 'ਚ ਕੈਨੇਡਾ ਦੇ ਜਿਹੜੇ ਖੁਫੀਆ ਮਹਿਕਮੇ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜੀ ਜਾਂਚ ਪੜਤਾਲ ਹੈ, ਉਸ ਜਾਂਚ ਪੜਤਾਲ ਨੂੰ ਕਿਤੇ ਨਾ ਕਿਤੇ ਜੋ ਜਾਣਕਾਰੀਆਂ ਨੇ ਉਹ ਜ਼ੁਹੈਰ ਕਸ਼ਮੀਰੀ ਤੇ ਬ੍ਰਾਇਨ ਮੈਕੈਂਡਰਿਊ ਤੱਕ ਪਹੁੰਚਾਇਆ ਗਿਆ, ਜਾਂ ਪਹੁੰਚੀਆਂ, ਜਾਂ ਉਹਨਾਂ ਨੇ ਥੋੜਾ ਬਹੁਤ ਹੱਥ ਪੱਲਾ ਮਾਰ ਕੇ ਉਹਨਾਂ ਨੂੰ ਹਾਸਲ ਕੀਤਾ। ਉਹਨਾਂ ਜਾਣਕਾਰੀਆਂ ਦੇ ਮੱਦੇਨਜ਼ਰ, ਉਹਨਾਂ ਜਾਣਕਾਰੀਆਂ ਦੇ ਸਨਮੁਖ ਅਸੀਂ ਦੇਖਦੇ ਹਾਂ ਕਿ ਇਸ ਤੱਥ ਦੇ ਉੱਤੇ ਬੜੀ ਸਫਾਈ ਦੇ ਨਾਲ, ਬਹੁਤ ਬੇਬਾਕੀ ਦੇ ਨਾਲ, ਬੜੇ ਖੁੱਲੇ ਰੂਪ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਕਨਿਸ਼ਕ ਬੰਬ ਕਾਂਡ ਹੈ ਉਹਦੇ 'ਚ ਸਿੱਧਾ ਭਾਰਤ ਸਰਕਾਰ ਦਾ ਹੱਥ ਹੈ। ਪਰ ਇਹ ਜਿਹੜੀਆਂ ਸਹੀ ਕਿਤਾਬਾਂ ਨੇ ਪੜ੍ਹਨ ਵਾਲੀਆਂ, ਉਹ ਸਾਡੇ ਹੱਥਾਂ ਤੱਕ ਘੱਟ ਪਹੁੰਚਦੀਆਂ ਨੇ, ਜਾਂ ਸਾਡੇ ਜ਼ਿਕਰ ਕੀਤੇ ਜਾਣ ਦੀ ਜਿਹੜੀ ਗੱਲ ਹੈ ਉਹ ਦੂਰ ਤੱਕ ਨਹੀਂ ਜਾਂਦੀ ਹੈਗੀ। ਅਸੀਂ ਕਈ ਅਹਿਮ ਮੌਕਿਆਂ ਦੇ ਉੱਤੇ ਇਸ ਕਿਤਾਬ ਦਾ ਜ਼ਿਕਰ ਕੀਤਾ ਵੀ ਹੈ, ਗੱਲਬਾਤ ਵੀ ਕੀਤੀ ਹੈ, ਪਰ ਇਹ ਜਿਹੜਾ ਇੱਥੋਂ ਅਸੀਂ ਜਿਹੜੀਆਂ ਗੱਲਾਂ ਤੋਂ ਅਸੀਂ ਸਾਬਤ ਕਰ ਸਕਦੇ ਹਾਂ ਕਿ ਭਾਰਤ ਜਿਹੜਾ ਹੈ ਉਹ ਇੱਕ ਅੱਤਵਾਦੀ ਮੁਲਕ ਹੈ। ਭਾਰਤ ਦੇ ਵਿੱਚ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਭਾਰਤ ਦੇ ਵਿੱਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਨੇ। ਭਾਰਤ ਦੁਨੀਆ ਭਰ ਦੇ ਵਿੱਚ ਅੱਤਵਾਦ ਫੈਲਾ ਰਿਹਾ। ਇਹ ਗੱਲਾਂ ਸਾਬਤ ਹੁੰਦੀਆਂ ਨੇ ਇਹਨਾਂ ਗੱਲਾਂ ਤੋਂ, ਜਿਹੜੀਆਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਸਮੇਂ ਦੇ ਉੱਤੇ। ਪਰ ਕੀ ਹੈ ਕਿ ਅਸੀਂ ਇੱਕ ਮਤ ਹੋ ਕੇ ਇਸ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਕੇ ਇਸ ਨੂੰ ਅੱਗੇ ਤੱਕ ਪਹੁੰਚਾ ਨਹੀਂ ਸਕੇ। ਇਹਦੇ ਉੱਤੇ ਇੱਕ ਮਤ ਹੋਣਾ ਪਏਗਾ। ਇਹ ਸ਼ਬਦਾਵਲੀ ਹੈ ਕੰਧਾਰ ਲੈ ਕੇ ਜਾਂਦੇ ਨੇ ਜਹਾਜ਼ ਨੂੰ ਇੰਡੀਅਨ 에ਅਰਲਾਈਨਸ ਦੇ ਨੂੰ 24 ਦਸੰਬਰ 1999 ਨੂੰ। ਵੱਖ-ਵੱਖ ਥਾਵਾਂ ਤੋਂ ਪਹਿਲਾਂ ਅੰਮ੍ਰਿਤਸਰ ਉਤਾਰਦੇ ਨੇ, ਫਿਰ ਲਾਹੌਰ ਲੈ ਕੇ ਜਾਂਦੇ ਨੇ, ਲਾਹੌਰ ਤੋਂ ਦੁਬਈ ਲੈ ਕੇ ਜਾਂਦੇ ਨੇ, ਦੁਬਈ ਤੋਂ ਕੰਧਾਰ ਲੈ ਕੇ ਜਾਂਦੇ ਨੇ, ਤੇ ਉੱਥੇ ਉਹ ਸਾਰਾ ਡਰਾਮਾ ਹੁੰਦਾ। ਇਸ ਡਰਾਮੇ ਨੂੰ ਜਦੋਂ ਅਸੀਂ ਤਹਿ ਤੱਕ ਜਾਣਾਂਗੇ ਜਾਂ ਦੇਖਾਂਗੇ ਤਾਂ ਬਿਲਕੁਲ ਸਾਨੂੰ ਇਸ ਗੱਲ ਦਾ ਇਲਮ ਹੋ ਜਾਊਗਾ ਕਿ ਇਹ ਸਾਰਾ ਡਰਾਮਾ ਭਾਰਤੀ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਇਹ ਸਿਰਜਿਆ ਹੋਇਆ ਸੀਗਾ। ਕਿਵੇਂ? ਮੁਸ਼ਤਾਕ ਅਹਿਮਦ ਜ਼ਰਗਰ, ਅਹਿਮਦ ਉਮਾਰ ਸ਼ਹੀਦ ਸ਼ੇਖ ਤੇ ਮੌਲਾਨਾ ਮਸੂਦ ਅਜ਼ਹਰ, ਇਹ ਤਿੰਨ ਬੰਦਿਆਂ ਨੂੰ ਜਿਹੜੇ ਕਿ ਕਈ ਕਤਲਾਂ ਦੇ ਲਈ ਜ਼ਿੰਮੇਵਾਰ ਮੰਨੇ ਜਾਂਦੇ ਸਨ, ਇਹਨਾਂ ਨੂੰ ਰਿਹਾ ਕੀਤਾ ਗਿਆ ਉਸ ਜਹਾਜ਼ ਨੂੰ ਛਡਾਉਣ ਦੇ ਬਦਲੇ।
ਤੇ ਇਹਨਾਂ ਤਿੰਨਾਂ ਦਾ ਹੀ ਅਸੀਂ ਦੇਖਦੇ ਹਾਂ ਕਿ ਵੱਡੀਆਂ ਜਥੇਬੰਦੀਆਂ ਭਾਵੇਂ ਲਸ਼ਕਰ-ਏ ਤੌਇਬਾ, ਜੈਸ਼-ਏ-ਮੁਹੰਮਦ, ਏਦਾਂ ਦੀਆਂ ਜਥੇਬੰਦੀਆਂ ਦੇ ਇਹ ਮੋਹਰੀ ਬੰਦੇ ਨੇ। ਤੇ ਹੈਰਾਨੀ ਦੀ ਗੱਲ ਹੈ ਕਿ ਹੁਣ ਇਹ ਕੀ ਕਰ ਰਹੇ ਨੇ ਉੱਥੇ, ਹੁਣ ਇਹ ਇਸ ਵੇਲੇ ਕੀ ਕਰ ਰਹੇ ਨੇ ਉੱਥੇ, ਆਮ ਦਿਨਾਂ ਦੇ ਵਿੱਚ ਕੀ ਕਰਦੇ ਨੇ? ਕਿ ਇਹ ਜਿਹੜਾ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੀ ਆ ਉਦੋਂ ਹੀ ਇਹਨਾਂ ਦੇ ਜਿਹੜੇ ਆਕਾ, ਭਾਰਤੀ ਆਕਾ ਨੇ, ਉਹ ਇਹਨਾਂ ਨੂੰ ਕਾਰਵਾਈਆਂ ਕਰਨ ਦੇ ਲਈ ਹੁਕਮ ਦਿੰਦੇ ਨੇ, ਉਹਨਾਂ ਦੇ ਹੁਕਮ ਤੇ ਚੱਲਦੇ ਨੇ? ਕਿ ਜਦੋਂ ਇਹਨਾਂ ਨੂੰ ਰਿਹਾ ਕੀਤਾ ਗਿਆ ਉਦੋਂ ਵਿਸ਼ੇਸ਼ ਤੌਰ ਦੇ ਉੱਤੇ ਟ੍ਰੇਨਿੰਗ ਦੇ ਕੇ ਇਹਨਾਂ ਨੂੰ ਰਿਹਾ ਕੀਤਾ ਗਿਆ? ਕਿਉਂਕਿ ਭਾਰਤੀ ਜਿਹੜੇ ਵਿਦੇਸ਼ ਮੰਤਰੀ ਸੀ ਜਸਵੰਤ ਸਿੰਘ, ਉਸ ਵੇਲੇ ਉਹ ਅਟਲ ਬਿਹਾਰੀ ਵਾਜਪਾਈ ਦੀ ਹਕੂਮਤ ਦੇ ਵਿੱਚ, ਉਹ ਇਹਨਾਂ ਨੂੰ ਉੱਥੇ ਕਧਾਰ ਲੈ ਕੇ ਜਾਂਦੇ ਨੇ, ਛੱਡ ਕੇ ਆਉਂਦੇ ਨੇ। ਇਹ ਗੱਲਾਂ ਬਹੁਤ ਡੂੰਘਾਈ ਵਾਲੀਆਂ ਨੇ, ਧਿਆਨ ਦੇਣ ਵਾਲੀਆਂ ਨੇ। ਸਿਰਫ ਭਾਰਤ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਸੇ ਵੇਲੇ ਇਹ ਲੋਕ ਕਾਰਵਾਈਆਂ ਕਰਕੇ ਜ਼ਿੰਮੇਵਾਰੀਆਂ ਕਿਉਂ ਲੈਂਦੇ ਨੇ? ਹੋਰ ਅੱਗੇ ਪਿੱਛੇ ਇਹਨਾਂ ਦਾ ਜਹਾਦ ਕਿੱਥੇ ਚਲਿਆ ਜਾਂਦਾ? ਅੱਗੇ ਪਿੱਛੇ ਇਹ ਲੋਕ ਕੀ ਕਰਦੇ ਨੇ? ਸਭ ਤੋਂ ਵੱਡੀ ਧਿਆਨ ਦੇਣ ਵਾਲੀ ਗੱਲ ਇਹ ਹੈ। ਤੇ ਜਦੋਂ ਅਸੀਂ ਇਹਨਾਂ ਗੱਲਾਂ ਦੇ ਉੱਤੇ, ਇਹਨਾਂ ਤਿੰਨਾਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ, ਓਪਨ ਸੀਕ੍ਰੇਟ, ਸਿਕਸ ਇਨ ਦਾ ਹਿਸਟਰੀ ਤੇ ਸੌਫਟ ਟਾਰਗੇਟ, ਇਹ ਤਿੰਨ ਕਿਤਾਬਾਂ ਬਹੁਤ ਨੇ ਸਮਝਣ ਦੇ ਲਈ। ਜਿਹੜੀ ਇੰਡੀਅਨ ਗੌਰਮੈਂਟ ਦੀ ਜਿਹੜੀ ਪਹੁੰਚ ਹੈ ਨਾ ਸਿੱਖਾਂ ਪ੍ਰਤੀ, ਤੇ ਇਸ ਵੇਲੇ ਤਾਂ ਲੱਗ ਰਿਹਾ ਸਾਨੂੰ ਕਿ ਸਾਰਾ ਕੁਝ ਠੀਕ ਹੈ ਮੁਸਲਮਾਨਾਂ ਦੇ ਪ੍ਰਤੀ। ਜਿਹੜਾ ਰਾਮ ਮੰਦਿਰ ਹੈ, ਰਾਮ ਮੰਦਿਰ ਦੀ ਉਸਾਰੀ ਵੀ ਹੈ ਨਾ, ਅਸੀਂ ਉਸ ਨੂੰ ਇਸ ਤਰੀਕੇ ਨਾਲ ਸੋਚ ਕੇ ਦੇਖ ਰਹੇ ਹਾਂ ਕਿ ਇਹ ਬਾਬਰੀ ਮਸਜਿਦ ਢਾਈ ਗਈ ਆ, ਠੀਕ ਹੈ, ਮੁਸਲਮਾਨਾਂ ਦੀ ਸੀ, ਮੁਸਲਮਾਨਾਂ ਦੀ ਢਾਤੀ, ਤੇ ਸਾਨੂੰ ਕੀ ਇਹਦੇ ਨਾਲ? ਮੰਦਿਰ ਬਣਾਈ ਜਾਣ, ਉਹ ਇੱਕ ਵੱਖਰੀ ਕੌਮ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੀ ਆਪਸੀ ਲੜਾਈ ਹੈ ਤੇ ਸਾਨੂੰ ਵਿੱਚ ਨਹੀਂ ਆਉਣਾ ਚਾਹੀਦਾ। ਤੇ ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਤਾਂ ਬਿਲਕੁਲ ਉਸੇ ਵੇਲੇ ਦਿੱਲੀ ਦੇ ਵਿੱਚ ਕਈ ਦਫ਼ਤਰਾਂ ਦੇ ਵਿੱਚ ਸੀਨੀਅਰ IAS ਅਧਿਕਾਰੀ ਜਾਂ ਨਾਗਪੁਰ ਦੇ ਵਿੱਚ ਬੈਠੇ ਉਹਨਾਂ ਦੇ IAS ਅਫਸਰ ਜਿਹੜੇ ਨੀਤੀ ਘਾੜੇ ਨੇ, ਤਾਂ ਉਹ ਤੁਹਾਡੇ ਬਾਰੇ ਕੁਝ ਹੋਰ ਸੋਚ ਰਹੇ ਨੇ। ਉਹ ਤਾਂ ਸੋਚ ਰਹੇ ਨੇ ਕਿ ਸਿੱਖਾਂ ਨੂੰ ਭੀਖ ਮੰਗਣ ਲਾਉਣਾ। ਉਹ ਸੋਚ ਰਹੇ ਨੇ ਕਿ ਸਿੱਖਾਂ ਨੂੰ ਬਿਲਕੁਲ ਆਪਣੇ ਵਰਗਾ ਬਣਾਉਣਾ ਤੇ ਜਿਹੜਾ ਉੜੀਸਾ ਤੇ ਬੰਗਾਲ ਦਾ ਢਾਂਚਾ ਉਹਦੇ 'ਚ ਸ਼ਾਮਲ ਕਰਨਾ ਸਿੱਖਾਂ ਨੂੰ, ਉਸ ਤਰ੍ਹਾਂ ਦਾ ਜਨ ਜੀਵਨ ਮੁਹੱਈਆ ਕਰਾਉਣਾ ਤੁਹਾਨੂੰ, ਤਾਂ ਕਿ ਤੁਸੀਂ, ਤੁਹਾਡੇ ਹੱਥ ਅੱਡੇ ਰਹਿਣ। ਆਟਾ ਦਾਲ ਸਕੀਮ ਕੀ ਸੀ? ਠੀਕ ਹੈ ਨਾ, ਉਹਦੇ 'ਚ ਵੱਡੇ ਵੱਡੇ ਜੱਟ ਸਿੱਖਾਂ ਨੇ, ਅਮੀਰ ਸਰਦੇ ਪੁੱਜਦੇ ਸਿੱਖਾਂ ਨੇ ਵੀ ਨੀਲੇ ਕਾਰਡ ਬਣਾਏ। ਉਹ ਕੀ ਸੀ? ਤੇ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਧਿਆਨ ਨਾਲ ਵਾਚਾਂਗੇ, ਇਹਨਾਂ ਦੇ ਉੱਤੇ ਅਧਿਐਨ ਕਰਾਂਗੇ, ਤਾਂ ਸਾਨੂੰ ਫਿਰ ਗੱਲ ਸਮਝ ਲੱਗਣੀ ਹੈ ਕਿ ਪਰ ਕੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ। ਸਭ ਤੋਂ ਵੱਡੀ ਇਸ ਤਰ੍ਹਾਂ ਨਮੋਸ਼ੀ ਹੁੰਦੀ ਹੈ, ਉਦਾਸੀ ਹੁੰਦੀ ਹੈ ਕਿ ਅਸੀਂ, ਸਾਡੇ ਇਕੱਲਿਆਂ ਦੇ ਸੋਚਣ ਦੇ ਨਾਲ, ਕਰਨ ਦੇ ਨਾਲ ਕੀ ਹੋਣਾ? ਬਹੁਤ ਵੱਡੀ ਗਿਣਤੀ ਲੋਕ ਤਾਂ ਉੱਥੇ ਇਹਨਾਂ ਚੀਜ਼ਾਂ ਦੇ ਵਿੱਚ ਜੁਟੇ ਹੋਏ ਨੇ, ਪੰਥ ਵਿਰੋਧੀ ਗੱਲਾਂ ਦੇ ਵਿੱਚ, ਜਾਂ ਹਾਕਮ ਧਿਰ ਦਾ ਸਾਥ ਦੇ ਰਹੇ ਨੇ। ਠੀਕ ਹੈ, ਜਦੋਂ ਅਜਿਹਾ ਕੋਈ ਮੌਕਾ ਆਉਂਦਾ ਤਾਂ ਤੁਸੀਂ ਬਰਗਾੜੀ ਵੀ ਪਹੁੰਚਦੇ ਹੋ, ਚੱਬੇ ਪਿੰਡ ਵੀ ਪਹੁੰਚਦੇ ਹੋ, ਤੁਸੀਂ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਦਾ ਵਿਰੋਧ ਕਰਨ ਲਈ ਵੀ ਪਹੁੰਚਦੇ ਹੋ। ਜਦੋਂ 2020 ਦੀ ਗੱਲ ਚੱਲਦੀ ਹੈ ਤਾਂ ਤੁਸੀਂ ਮੂਕ ਰੂਪ ਦੇ ਵਿੱਚ ਚੁੱਪ ਰਹਿ ਕੇ ਆਪਣੇ ਜਿਹੜੇ ਮਨ ਦੀ ਗੱਲ ਹੈ ਉਹਨੂੰ ਜ਼ਾਹਰ ਕਰਦੇ ਹੋ। ਉਸ ਜਿਹੜੀ ਜ਼ਾਹਰ ਕੀਤੀ ਹੋਈ ਗੱਲ ਆ, ਉਸੇ ਤੋਂ ਘਬਰਾ ਕੇ ਭਾਰਤੀ ਏਜੰਸੀਆਂ ਜਾਂ ਭਾਰਤ ਦਾ ਸਿਸਟਮ ਹੈ ਤੁਹਾਡੇ ਤੇ ਸਖਤਾਈ ਕਰਨ ਦੇ ਲਈ ਜਿਹੜਾ ਹੈ ਉਹ ਅੱਗੇ ਆਉਂਦਾ, ਤੁਹਾਡੇ ਤੇ ਸਖਤਾਈਆਂ ਕਰਦਾ, ਜ਼ੁਲਮ ਕਰਦਾ, ਜ਼ਬਰ ਕਰਦਾ। ਪਰ ਇਹਦੇ 'ਚ ਕੀ ਹੈ ਕਿ ਅਸੀਂ ਕਿਤੇ ਨਾ ਕਿਤੇ ਮੂਕ ਰੂਪ ਦੇ ਵਿੱਚ ਰਹਿ ਕੇ ਵੀ, ਮੂਕ ਰੂਪ ਚੁੱਪ ਰਹਿ ਕੇ ਵੀ ਅਸੀਂ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਸਕਦੇ ਹਾਂ। ਅਸੀਂ ਘੱਟੋ ਘੱਟ ਜਾਣੂ ਹੋ ਸਕਦੇ ਹਾਂ। ਅਸੀਂ ਘੱਟੋ ਘੱਟ ਇਹਨਾਂ ਗੱਲਾਂ ਦੇ ਵਿੱਚ ਹੋਰ ਜਿਹੜਾ ਹੈ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕਦੇ ਹਾਂ। ਜਦੋਂ ਕੁਛ ਦਿਨ ਸੁੱਖ ਸਾਂਦ ਤੇ ਲੰਘ ਜਾਂਦੇ ਨੇ ਜਾਂ ਲੰਘਣ ਲੱਗਦੇ ਨੇ, ਜਿਵੇਂ ਹਾਲ ਦੀ ਘੜੀ ਅਸੀਂ ਸ਼ਬਦੀ ਤੌਰ ਦੇ ਉੱਤੇ ਠੰਡੀ ਜੰਗ ਦੇ ਵਿੱਚ ਚੱਲ ਰਹੇ ਹਾਂ, ਕਦੇ ਇਹ ਸੋਚਣ ਲੱਗ ਜਾਂਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਮੰਦਰ ਦੀ ਹਮਾਇਤ ਕਰਤੀ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਗਏ ਨਹੀਂ, ਸੁੱਚਾ ਸਿੰਘ ਲਗਾਹ ਨੇ ਅੰਮ੍ਰਿਤ ਛਕ ਲਿਆ, ਜਾਂ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਇਹ ਸਾਡੇ ਲਈ ਇੱਕ ਸੌਖੀ ਜਿਹੜੀ ਹੈ ਚੁੰਝ ਚਰਚਾ, ਸੌਖੀ ਕਿਸਮ ਦੀ। ਪਰ ਇਸ ਚੁੰਝ ਚਰਚਾ ਦੇ ਥੱਲੇ ਕੋਈ ਵੱਡੀ ਪਲੈਨਿੰਗ ਚੱਲ ਰਹੀ ਹੁੰਦੀ ਹੈ,
ਬਹੁਤ ਵੱਡੀ ਪਲੈਨਿੰਗ ਚੱਲ ਰਹੀ ਹੁੰਦੀ ਹੈ। ਉਸ ਵੇਲੇ ਸਾਰਾ ਕੁਝ ਇਸ ਤਰੀਕੇ ਨਾਲ ਹੋ ਜਾਂਦਾ ਕਿ ਅਸੀਂ ਫਿਰ ਹੱਥ ਧਰ ਕੇ ਬੈਠੇ ਰਹਿੰਦੇ ਹਾਂ। ਇਹ ਚੁੰਝ ਚਰਚਾ ਠੀਕ ਹੈ, ਇਹਦੇ 'ਚ ਲੱਗਣਾ ਚਾਹੀਦਾ, ਗੱਲਾਂ ਕਰਨੀਆਂ ਚਾਹੀਦੀਆਂ ਨੇ, ਕਰਦੇ ਰਹੋ, ਪਰ ਇਹਦੇ ਥੱਲੇ ਸਰਕਾਰ ਕੁਝ ਵੱਡੇ ਐਲਾਨ ਕਰ ਸਕਦੀ ਹੈ, ਕੋਈ ਵੱਡੀਆਂ ਜਿਹੜੀਆਂ ਨੇ ਉਹ ਗੱਲਾਂ ਕਰ ਸਕਦੀ ਹੈ। ਇਹਦੇ 'ਚ SYL ਦੇ ਉੱਤੇ ਜਿਹੜਾ ਹੈ ਉਹ ਫੈਸਲਾ ਆਉਣ ਵਾਲਾ ਕੁਝ ਦਿਨਾਂ ਦੇ ਵਿੱਚ ਆਏਗਾ, ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਪਰਛਾਵੇਂ ਥੱਲੇ ਇਹ ਸਾਡੀ ਜਿਹੜੀ ਸਾਡੇ ਵੱਲੋਂ ਚੁੰਝ ਚਰਚਾ ਕੀਤੀ ਜਾ ਰਹੀ ਹੈ, ਇਸ ਦੇ ਪਰਛਾਵੇਂ ਥੱਲੇ ਜਿਹੜਾ ਹੈ ਕੋਈ ਨਾ ਕੋਈ ਪੰਜਾਬ ਵਿਰੋਧੀ ਜਿਹੜਾ ਵੱਡਾ ਕਾਰਜ ਹੈ ਜਿਹੜਾ ਉਹ ਕੀਤਾ ਜਾਏਗਾ। ਇਹ ਵੀ ਗੱਲ ਸੁਣੀ ਗਈ ਹੈ, ਇਸ ਦੇ ਉੱਤੇ ਇਸ ਦਾ ਅਧਿਐਨ ਕਰਦੇ ਆ। ਸਾਡੇ ਵੱਲੋਂ ਗੱਲ ਉਹ ਕੀਤੀ ਜਾਂਦੀ ਹੈ ਜਿਹੜੀ ਗੱਲ ਦਾ ਖਦਸ਼ਾ ਹੋਵੇ ਤੇ ਅਸੀਂ ਗੱਲ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਰੋਕਿਆ ਜਾਵੇ ਉਸ ਗੱਲ ਨੂੰ। ਕਈ ਵਾਰ ਉਹ ਉਸ ਤਰ੍ਹਾਂ ਦੀ ਜਿਹੜੀ ਪ੍ਰਣਾਲੀ ਹੈ, ਸਿਸਟਮ ਹੈ ਭਾਰਤ ਦਾ, ਅਸੀਂ ਕਾਮਯਾਬ ਹੋ ਜਾਂਦੇ ਹਾਂ ਉਸ ਨੂੰ ਰੋਕਣ ਦੇ ਵਿੱਚ ਚਰਚਾ ਸ਼ੁਰੂ ਕਰਕੇ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਵੀ ਗੱਲਬਾਤ ਕਰਨ ਤੋਂ ਬਾਵਜੂਦ ਵੀ ਰੋਕ ਨਹੀਂ ਸਕਦੇ। ਅਸੀਂ ਬਹੁਤ ਵਾਰੀ ਕਾਮਯਾਬ ਹੋਏ ਵੀ ਹਾਂ ਕਿ ਅਸੀਂ ਪਹਿਲਾਂ ਗੱਲ ਕਰ ਲੈਂਦੇ ਹਾਂ, ਤੇ ਬਹੁਤੇ ਲੋਕ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ, ਮੰਨਦੇ ਨਹੀਂ ਹੈਗੇ। ਉਹ ਕਹਿੰਦੇ ਨੇ ਕਿ ਐਵੇਂ ਬੋਲੀ ਜਾਂਦਾ। ਇੱਕ ਗੱਲ ਇਹ ਆਈ ਆ ਸਾਡੇ ਕੋਲ ਕਿ ਪੰਜਾਬ ਦਾ ਜਿਹੜਾ ਰਾਜ ਦਾ ਰੁਤਬਾ ਉਹ ਖਤਮ ਕੀਤਾ ਜਾ ਸਕਦਾ। ਮਾਝਾ, ਮਾਲਵਾ ਤੇ ਦੁਆਬਾ 3 ਜ਼ੋਨਾਂ ਦੇ ਵਿੱਚ ਵੰਡ ਕੇ ਪੰਜਾਬ ਨੂੰ ਇਹ ਯੂਨੀਅਨ ਟੈਰੀਟਰੀਜ਼ ਬਣਾ ਕੇ ਇਸ ਦਾ ਜਿਹੜਾ ਸਟੇਟ ਦਾ ਰੁਤਬਾ ਖਤਮ ਕੀਤਾ ਜਾ ਸਕਦਾ। 3 ਯੂਨੀਅਨ ਟੈਰੀਟਰੀਜ਼ ਬਣਾਈਆਂ ਜਾ ਸਕਦੀਆਂ ਨੇ। ਇਹ ਗੱਲ ਦਿੱਲੀ ਤੋਂ ਕਿਸੇ ਸਾਥੀ ਪੱਤਰਕਾਰ ਦੇ ਹਵਾਲੇ ਦੇ ਨਾਲ ਮੈਂ ਕਹਿ ਰਿਹਾ। ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਲੱਦਾਖ, ਜੰਮੂ ਤੇ ਕਸ਼ਮੀਰ 3 ਯੂਨੀਅਨ ਟੈਰੀਟਰੀਜ਼ ਬਣਾਈਆਂ ਗਈਆਂ ਨੇ, ਉਹਨੂੰ 3 ਹਿੱਸੇ 'ਚ ਵੰਡਿਆ ਗਿਆ। ਉਸੇ ਤਰੀਕੇ ਨਾਲ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਤੁਹਾਡੇ ਤੇ ਪੰਜਾਬ ਦੇ ਵਿੱਚ ਕੁਝ ਇਸ ਤਰੀਕੇ ਨਾਲ ਲਾਗੂ ਕੀਤੀ ਜਾਏਗੀ ਕਿ ਪੰਜਾਬ ਨੂੰ 3 ਹਿੱਸਿਆਂ ਦੇ ਵਿੱਚ ਵੰਡ ਕੇ ਤੇ ਇਸ ਨੂੰ 3 ਯੂਨੀਅਨ ਟੈਰੀਟਰੀਜ਼ ਦੇ ਵਿੱਚ ਵੰਡਿਆ ਜਾ ਸਕਦਾ। ਸੋ ਇਸ ਤਰੀਕੇ ਨਾਲ ਸਟੇਟ ਨੂੰ ਜਿਹੜਾ ਰੂਲ ਕਰਨਾ ਸੌਖਾ ਹੋ ਜਾਂਦਾ, ਤੇ ਜਿੰਨੀ ਲੁੱਟ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਬੇਅੰਤ ਸਿੰਘ ਤੇ ਦਰਬਾਰਾ ਸਿੰਘ, ਗਿਆਨੀ ਜ਼ੈਲ ਸਿੰਘ ਤੇ ਬਾਦਲ ਨੇ ਕੀਤੀ ਪੰਜਾਬ ਦੀ, ਮੈਨੂੰ ਲੱਗਦਾ ਕਿ ਉਹਨਾਂ ਨੇ ਨਿਚੋੜ ਕੇ ਰੱਖਤਾ ਪੰਜਾਬ ਨੂੰ। ਤੇ ਉਸ ਦਾ ਬਹੁਤ ਵੱਡਾ ਹਿੱਸਾ ਜਿਹੜਾ ਨਾਗਪੁਰ ਨੂੰ ਗਿਆ, ਕੇਂਦਰੀ ਹਾਕਮਾਂ ਨੂੰ ਗਿਆ, ਤਾਕਤਾਂ ਨੂੰ ਗਿਆ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਲਈ, ਕੁੱਟਣ ਲਈ ਇਹਨਾਂ ਨੂੰ ਅਧਿਕਾਰ ਦਿੱਤੇ ਨੇ। ਕਿਉਂਕਿ ਇਸ ਤਰ੍ਹਾਂ ਰਾਜ ਨਹੀਂ ਦਿੱਤਾ ਜਾ ਸਕਦਾ। ਉਸ ਦੇ ਵਿੱਚੋਂ ਹਿੱਸਾ ਜਿਹੜਾ ਹੈ ਉਹ ਰਾਜ ਦੇ ਵਿੱਚੋਂ ਲੈਣ ਲਈ ਇਹ ਸਾਰੇ ਅਧਿਕਾਰ ਦਿੱਤੇ ਜਾਂਦੇ ਨੇ। ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸੰਦ ਜਿਹੜਾ ਬਣਾਇਆ ਜਾਣਾ ਕਿਸੇ ਤਰੀਕੇ ਨਾਲ ਇਹਨਾਂ ਲੋਕਾਂ ਨੂੰ, ਉਸ ਆਪਣੇ ਹੀ ਸਟੇਟ, ਆਪਣੇ ਹੀ ਲੋਕਾਂ ਦੇ ਖਿਲਾਫ ਇਹਨਾਂ ਨੇ ਜਿਵੇਂ ਬਾਦਲਾਂ ਨੂੰ, ਬੇਅੰਤੇ ਬੁੱਚੜ ਵਰਗਿਆਂ ਨੂੰ ਵਰਤਿਆ, ਤਾਂ ਇਹ ਲੋਕਾਂ ਨੂੰ ਕੁਝ ਅਧਿਕਾਰ ਦਿੱਤੇ ਜਾਂਦੇ ਨੇ ਕਿ ਤੁਸੀਂ ਇੰਨਾ ਇੱਥੋਂ ਮਾਲੀਆ ਇਕੱਠਾ ਕਰਨਾ ਲੁੱਟ ਦੇ ਨਾਲ, ਤੇ ਉਹਦਾ ਇੰਨੇ ਫੀਸਦੀ ਹਿੱਸਾ ਸਾਡਾ ਹੋਊਗਾ ਤੇ ਇੰਨੇ ਫੀਸਦੀ ਹਿੱਸਾ ਤੁਹਾਡਾ ਹੋਊਗਾ। ਇਹਨਾਂ ਕੱਲਿਆਂ ਕੋਲ ਜਿਹੜਾ ਕਰੋੜਾਂ ਅਰਬਾਂ ਰੁਪਈਆ ਲੁੱਟਿਆ ਪੰਜਾਬ ਦਾ, ਇਹਨਾਂ ਕੱਲਿਆਂ ਨੇ ਨਹੀਂ ਸਾਂਭ ਕੇ ਰੱਖਿਆ। ਉਹਦੇ 'ਚ ਹਿੰਦੂ ਜਥੇਬੰਦੀਆਂ, ਨਾਗਪੁਰ, ਭਾਰਤੀ ਸਿਸਟਮ ਤੇ ਉਹ ਸਰਮਾਏਦਾਰੀ ਨਿਜ਼ਾਮ ਨੂੰ ਇਹਨਾਂ ਨੇ ਅਦਾ ਕੀਤਾ ਉਹ ਲੁੱਟ ਦਾ ਟੈਕਸ ਦੇ ਰੂਪ ਦੇ ਵਿੱਚ। ਸੋ ਇਹ ਗੱਲਾਂ ਜਿਹੜੀਆਂ ਹੈ ਨੇ, ਮਾਝੇ, ਮਾਲਵੇ, ਦੁਆਬੇ ਦੀ ਮੈਂ ਗੱਲ ਕੀਤੀ ਹੈ। ਇਹਦੇ ਲਈ ਦਿੱਲੀ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਕਈ ਵਾਰੀ ਸੋਚਦੇ ਹਾਂ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਟੇਟਾਂ ਨੂੰ, ਉਹਨਾਂ ਦੇ ਵਿਭਾਗਾਂ ਨੂੰ ਚਲਾਉਣ ਦੇ ਲਈ ਇੱਕ ਮਸ਼ੀਨਰੀ ਆ, ਉਹਨੂੰ ਆਪਾਂ ਕੇਂਦਰੀ ਸਿਸਟਮ ਕਹਿ ਦਿੰਦੇ ਹਾਂ। ਉਹਨੇ ਅੱਗੇ ਵੰਡ ਕੀਤੀ, ਤਾਕਤਾਂ ਵੰਡੀਆਂ ਹੋਈਆਂ ਨੇ ਸਟੇਟ ਪੁਲਿਸ ਦੇ ਵਿੱਚ, ਸਟੇਟ ਦੇ ਡਿਪਾਰਟਮੈਂਟਸ ਨੇ ਉਹਨਾਂ ਦੇ ਵਿੱਚ। ਪਰ ਇਹਨਾਂ ਸਾਰਿਆਂ ਤੋਂ ਵੱਖਰੇ ਤੌਰ ਦੇ ਉੱਤੇ ਸਾਊਥ ਬਲਾਕ ਦੇ ਵਿੱਚ ਵੱਖਰੇ ਵੱਖਰੇ ਸੈੱਲ ਨੇ। ਇੰਟਰਨੈਸ਼ਨਲ ਜਿਹੜੇ ਅਫੇਅਰਸ ਨੇ ਉਹਨਾਂ ਨੂੰ ਡੀਲ ਕਰਨ ਦੇ ਲਈ ਵੱਖਰਾ ਸੈੱਲ ਹੈ। ਨੈਸ਼ਨਲ ਪੱਧਰ ਦੇ ਉੱਤੇ ਜਿਹੜੇ ਅਫੇਅਰਸ ਨੇ ਉਹਨਾਂ ਨੂੰ ਡੀਲ ਕਰਨ ਦੇ ਲਈ ਵੱਖਰਾ ਸੈੱਲ ਹੈ। ਪੰਜਾਬ ਦੇ ਅਫੇਅਰਸ ਨੇ ਉਹਨਾਂ ਨੂੰ ਡੀਲ ਕਰਨ ਦੇ ਲਈ ਵੱਖਰਾ ਸੈੱਲ ਹੈ, ਤੇ ਸਿੱਖਾਂ ਦਾ ਇੱਕ ਵੱਖਰਾ ਸੈੱਲ ਹੈ ਸਿੱਖਾਂ ਦੇ ਅਫੇਅਰਸ ਨੂੰ ਡੀਲ ਕਰਨ ਦੇ ਲਈ। ਇਹਦੇ 'ਚ ਮਾਓਵਾਦੀਆਂ ਦੇ ਮਸਲੇ ਹੋ ਗਏ, ਕੇਰਲਾ ਦੇ ਮਸਲੇ ਹੋ ਗਏ, ਤਮਿਲਾਂ ਦੇ ਮਸਲੇ ਹੋ ਗਏ, ਝਾਰਖੰਡ ਦੇ ਹੋ ਗਏ, ਨਾਗਾਲੈਂਡ ਦੇ ਹੋ ਗਏ, ਅਸਾਮ ਦੇ ਹੋ ਗਏ, ਬੰਗਾਲ ਦੇ ਹੋ ਗਏ। ਇਹ ਸਾਰੇ ਜਿਹੜੇ ਮਸਲੇ ਨੇ ਇਹਨਾਂ ਤੇ ਵੱਖਰੇ ਵੱਖਰੇ ਸੈੱਲ ਕੰਮ ਕਰਦੇ ਨੇ।
ਇਹਨਾਂ ਦਾ ਵੱਖਰਾ ਵੱਖਰਾ ਬਜਟ ਹੈ। ਉਹ ਬਜਟ ਜਿਹੜਾ ਹੈ ਮਿਸਲੇਨੀਅਸ 'ਚ ਯੂਜ਼ ਕਰਦੇ ਨੇ, ਉਸ ਦਾ ਕੋਈ ਆਡਿਟ ਨਹੀਂ ਹੈ। ਸੋ ਸਿੱਧੇ ਤੌਰ ਦੇ ਉੱਤੇ ਸਾਡੇ ਕੋਲ ਕੀ ਹੈ, ਸਾਡੇ ਕੋਲ ਕੁੱਲ ਮਿਲਾ ਕੇ ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਕੋਲ ਲੈ ਦੇ ਕੇ ਸਾਡਾ ਜਿਹੜਾ ਸਰਵ ਉੱਚ, ਜਿਹੜਾ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਤਾਕਤ ਹੈ ਸਾਡੇ ਕੋਲ, ਜਿਹੜੀ ਇੱਕ ਪਰਮੇਸ਼ਰ ਦੀ ਜੋਤ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਕੋਲ ਉਹਦਾ ਓਟ ਆਸਰਾ ਰਹਿ ਜਾਂਦਾ। ਉਹ ਤਾਕਤ ਹੈ ਸਾਡੇ ਕੋਲ। ਇਹਨਾਂ ਦੇ ਐਨੇ ਸੈੱਲ, ਇੰਨਾ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਸਿਸਟਮ ਹੈ, ਉਹ ਜਿਵੇਂ ਚੱਲ ਰਿਹਾ, ਜਿਵੇਂ ਪੈਸਾ ਖਰਚ ਰਹੇ ਨੇ ਉਹ ਸਿੱਖਾਂ ਦੇ ਉੱਤੇ ਆਪਣਾ ਜ਼ੋਰ ਜਿਹੜਾ ਹੈ ਚਲਾਉਣ ਦੇ ਲਈ, ਤਾਂ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰ ਸਕਣਗੇ? ਕੀ ਇਹ ਉਸ ਮੁਕਾਮ ਤੱਕ ਪਹੁੰਚ ਸਕਣਗੇ? ਇੰਨੀਆਂ ਵੱਡੀਆਂ ਤਾਕਤਾਂ ਲੱਗੀਆਂ ਹੋਈਆਂ ਨੇ, ਪਰ ਇੰਨੀਆਂ ਵੱਡੀਆਂ ਤਾਕਤਾਂ ਦੇ ਬਾਵਜੂਦ ਵੀ ਜਦੋਂ ਇੱਕ ਸਿੱਖ ਅੱਗੇ ਹੋ ਕੇ ਆਪਣੀ ਗੱਲ ਕਰ ਲੈਂਦਾ, ਤਾਂ ਉੱਥੇ ਸਾਨੂੰ ਮਹਿਸੂਸ ਹੋ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਕਤ ਹੈ ਉਹ ਆਪਣੀ ਕਲਾ ਵਰਤਾ ਰਹੀ ਹੈ। ਉਹ ਸ਼ਬਦ ਦੀ ਜਿਹੜੀ ਤਾਕਤ ਹੈ ਉਹ ਆਪਣੀ ਕਲਾ ਵਰਤਾ ਰਹੀ ਹੈ। ਉਹਦੇ 'ਚ ਕਿਤੇ ਵੀ ਸਾਨੂੰ ਉਸ ਵੇਲੇ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਇਕੱਲੇ ਹਾਂ ਜਾਂ ਸਾਡਾ ਕੋਈ ਸਾਥ ਨਹੀਂ ਦੇ ਰਿਹਾ। ਇਹ ਆਪਣੇ ਆਪ ਦੇ ਵਿੱਚ ਨਸ਼ਾ ਹੈ, ਇੱਕ ਬਹੁਤ ਵੱਡਾ ਨਸ਼ਾ। ਜਦੋਂ ਤੁਸੀਂ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹੋ, ਆਪਣੇ ਕੌਮ ਦੇ ਹੱਕਾਂ ਦੀ ਗੱਲ ਕਰਦੇ ਹੋ, ਉਦੋਂ ਇੱਕ ਅੰਤਰੀਵ ਦੇ ਵਿੱਚ, ਤੁਹਾਡੇ ਅੰਤਰੀਵ ਦੇ ਵਿੱਚ ਉਸ ਜੋਤ ਦਾ ਪ੍ਰਕਾਸ਼ ਤੁਹਾਨੂੰ ਮਹਿਸੂਸ ਹੁੰਦਾ। ਤੇ ਜਿੰਨੇ ਤੁਹਾਡੀ ਪਹਿਲੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕਾਰਜ ਨੇ, ਜਿਨ੍ਹਾਂ ਦੀ ਕਿਤੇ ਨਮੋਸ਼ੀ ਜਾਂ ਕਿਤੇ ਤੁਸੀਂ ਆਪਣੇ ਅੰਦਰ ਹੀਨ ਭਾਵਨਾ ਜਿਹੜੀ ਪੈਦਾ ਹੁੰਦੀ ਹੈ, ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਦਬਾ ਰਹੀ ਹੁੰਦੀ ਹੈ, ਤੁਹਾਨੂੰ ਸੁਸਾਇਟੀ ਦੇ ਵਿੱਚ ਧੌਣ ਸੁੱਟ ਕੇ ਚੱਲਣ ਦੇ ਲਈ ਮਜਬੂਰ ਕਰ ਦਿੰਦੀ ਹੈ। ਪਰ ਜਦੋਂ ਤੁਸੀਂ ਆਪਣੇ ਕੌਮੀ ਕਾਰਜ ਦੇ ਪ੍ਰਤੀ ਕੁਛ ਤਿਲ ਫੁੱਲ ਆਪਣਾ ਉਹਦੇ 'ਚ ਹਿੱਸਾ ਪਾਉਂਦੇ ਹੋ, ਤਾਂ ਤੁਹਾਡਾ ਜਿਹੜਾ ਆਪਣਾ ਵਜੂਦ ਹੈ ਉਹ ਤੁਹਾਨੂੰ ਖੜਾ ਹੋਇਆ, ਡਟਿਆ ਹੋਇਆ ਮਹਿਸੂਸ ਹੁੰਦਾ। ਤੁਹਾਨੂੰ ਲੱਗਦਾ ਕਿ ਮੈਂ ਇੱਕ ਅਜਿਹਾ ਯੋਧਾ ਆ ਜਿਹੜਾ ਹਾਰ ਨਹੀਂ ਮੰਨੂਗਾ। ਤੇ ਇਹ ਲੜਾਈ ਸਰੀਰਕ ਰੂਪ ਦੇ ਵਿੱਚ ਹੋਵੇ ਜਾਂ ਸ਼ਬਦ ਦੇ ਰੂਪ ਦੇ ਵਿੱਚ ਹੋਵੇ, ਇਸ ਲੜਾਈ ਦਾ ਤੁਸੀਂ ਮੂਕ ਰੂਪ ਦੇ ਵਿੱਚ ਵੀ ਹਿੱਸਾ ਬਣ ਸਕਦੇ ਹੋ, ਪਰ ਤੁਹਾਨੂੰ ਧਿਆਨ ਦੇਣਾ ਪਏਗਾ। ਜਿਹੜੀਆਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ, ਮਲੋਏ ਕ੍ਰਿਸ਼ਨਾਧਰ ਦੀ ਕਿਤਾਬ ਬੜੀ ਖਤਰਨਾਕ ਕਿਸਮ ਦੀ ਕਿਤਾਬ ਹੈ। ਮੈਂ ਹੈਰਾਨ ਹੁੰਦਾ ਕਿ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਤੇ ਬਹੁਤ ਸਾਰੇ ਜਿਹੜੇ ਸਿੱਖ ਸੰਘਰਸ਼ ਦੇ ਨਾਲ ਜੁੜੇ ਰਹੇ ਵਿਅਕਤੀ ਨੇ, ਆਗੂ ਨੇ, ਉਹਨਾਂ ਨੇ ਵੀ ਉਸ ਦੀ ਨੁਕਤਾਚੀਨੀ ਨਹੀਂ ਕੀਤੀ। ਉਹਨਾਂ ਨੇ ਵੀ ਉਹਦੇ ਉੱਤੇ ਚੁੱਪ ਧਾਰੀ ਹੋਈ ਆ, ਜਾਂ ਉਹਦੇ ਹਵਾਲੇ ਦੇ ਦੇ ਕੇ ਗੱਲ ਕਰਨਗੇ ਕਿ ਉਹਦੇ 'ਚ ਤਾਂ ਉਸ ਗਦਾਰ ਦਾ ਨਾਮ ਲਿਖਿਆ ਹੋਇਆ। ਉਹ ਜਿਸ ਤਰੀਕੇ ਨਾਲ ਉਸ ਕਰੈਕਟਰ ਨੂੰ ਲੈ ਕੇ ਉਸਦਾ ਤਾਣਾ ਬਾਣਾ ਬੁਣਦਾ ਘਟਨਾਵਾਂ ਦਾ, ਮਲੋਏ ਕ੍ਰਿਸ਼ਨਾਧਰ, ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਫਿਲਮ ਦੀ ਕਹਾਣੀ ਤੋਂ ਵੀ ਬਿਹਤਰ ਕਿਸਮ ਦਾ ਤਾਣਾ ਬਾਣਾ ਹੁੰਦਾ, ਜਿਹੜਾ ਪਾਠਕ ਨੂੰ, ਪੜ੍ਹਨ ਵਾਲੇ ਨੂੰ ਆਪਣੇ ਕਲਾਵੇ ਦੇ ਵਿੱਚ ਨਾਲ ਲੈ ਕੇ ਚੱਲਦਾ ਤੇ ਉਸ ਨੂੰ ਅਹਿਸਾਸ ਕਰਵਾ ਦਿੰਦਾ ਕਿ ਇਹ ਸਾਡੇ ਸਿਸਟਮ ਦੇ ਵਿੱਚ ਇਸ ਤਰੀਕੇ ਨਾਲ ਵਿਆਪਕ ਹੈ ਤੇ ਇਸ ਨੂੰ ਮਨਫੀ ਕਰਨਾ, ਇਸ ਨੂੰ ਧੋਣਾ ਜਾਂ ਇਸ ਨੂੰ ਖਤਮ ਕਰਨਾ ਸੰਭਵ ਨਹੀਂ ਹੈ। ਬਿਲਕੁਲ ਇਹ ਉਸਨੇ ਸਾਬਤ ਕੀਤਾ ਕਿਤਾਬ ਦੇ ਵਿੱਚ। ਖਾਸ ਕਰਕੇ ਜੋ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਨੇ ਹਥਿਆਰਬੰਦ ਲਹਿਰ ਨੂੰ ਲੈ ਕੇ, ਜਿਸ ਤਰੀਕੇ ਨਾਲ ਉਸਨੇ ਕਿਤੇ ਨਾ ਕਿਤੇ ਇਕਬਾਲ ਕੀਤਾ ਇਸ ਗੱਲ ਦਾ ਕਿ ਕੁਝ ਕਤਲ ਹੋਏ ਨੇ ਏਜੰਸੀਆਂ ਕੋਲੋਂ। ਜੇ ਉਸਨੇ ਇੰਨੀ ਕੁ ਗੱਲ ਕੀਤੀ ਹੈ ਤਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਕਤਲ ਕੀਤੇ ਹੋਣਗੇ, ਇਸ ਗੱਲ ਨੂੰ ਮੰਨਣਾ ਪਏਗਾ। ਕਿਉਂਕਿ ਇਹ ਲੋਕ ਨੇ ਜਿਹੜੇ ਸਿਰਫ ਇਸ਼ਾਰਾ ਮਾਤਰ ਕਰਦੇ ਨੇ, ਡੀਪ ਸਟੱਡੀ ਹੁੰਦੀ ਹੈ ਉਹਨਾਂ ਦੀ, ਇਸ਼ਾਰਾ ਮਾਤਰ ਕਰਦੇ ਨੇ, ਪੂਰੀ ਖਬਰ ਨਹੀਂ ਦਿੰਦੇ ਹੈਗੇ। ਸੋ ਉਹ ਤਾਂ ਉਸ ਪ੍ਰਣਾਲੀ ਦਾ, ਉਸ ਸਿਸਟਮ ਦਾ ਹਿੱਸਾ ਰਿਹਾ। ਸੋ ਮੈਂ ਕਹਾਂਗਾ ਕਿ ਜਿਹੜਾ ਗੁਰਦੁਆਰਾ ਪ੍ਰਬੰਧ ਬਾਰੇ ਉਹਨੇ ਜ਼ਿਕਰ ਕੀਤਾ ਕਿ ਕਿਵੇਂ ਉਹ ਤੇ ਉਸਦੀ ਪਤਨੀ ਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਸਾਂਝ ਪੈਦਾ ਕੀਤੀ, ਉਹਨਾਂ ਨੂੰ ਆਪਣੇ ਹਮਸਫਰ ਬਣਾਇਆ ਤੇ ਉਹਨਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਜੂਝਣ ਦੇ ਲਈ, ਸਾਡਾ ਸਾਥ ਦੇਣ ਦੇ ਲਈ ਮਨਾ ਲਿਆ ਸੀ। ਸੋ ਇਹ ਗੱਲ ਹੁਣ ਸਪਸ਼ਟ ਹੈ ਕਿ ਜਿਹੜੇ ਗੁਰਦੁਆਰਾ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ
ਸ਼ਹੀਦਾਂ ਦੇ ਭੋਗ ਪੈਂਦੇ ਸਨ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਸਨ, ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਚੜ੍ਹਦੀ ਕਲਾ ਵਾਲੇ ਨਵੇਂ ਬੱਚੇ ਜਿਹੜੇ ਚੰਗਾ ਲਿਖਦੇ ਸਨ, ਚੰਗਾ ਬੋਲ ਸਕਦੇ ਸਨ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ, ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸਨ। ਉਹਨਾਂ ਗੁਰੂ ਘਰਾਂ ਦੇ ਵਿੱਚ ਹੁਣ ਕੀ ਚੱਲ ਰਿਹਾ, ਕੀ ਹੋ ਰਿਹਾ? ਤੇ ਉਹਨਾਂ ਦੀ ਥਾਂ ਦੇ ਉੱਤੇ ਜੇ ਅਸੀਂ ਮਲੋਏ ਕ੍ਰਿਸ਼ਨਾਧਰ ਦੀ ਗੱਲ ਮੰਨੀਏ ਤਾਂ ਇਹ ਗੱਲ ਬੜੀ ਸਪਸ਼ਟ ਰੂਪ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਅੱਜ ਕਿ ਜੋ ਵਿਵਾਦ ਨੇ, ਭਾਵੇਂ ਗੁਰਬਾਣੀ ਨੂੰ ਲੈ ਕੇ ਨੇ, ਰਹਿਤ ਮਰਿਆਦਾ ਨੂੰ ਲੈ ਕੇ ਨੇ, ਉਹ ਅੱਗੇ ਆ ਗਏ। ਉਸ ਵੇਲੇ ਤਾਂ ਅਸੀਂ ਦੇਖਦੇ ਹਾਂ ਕਿ ਉਹ ਗੁਰੂ ਘਰਾਂ ਦੇ ਵਿੱਚ ਸਾਰਾ ਕੁਝ ਉਸੇ ਤਰੀਕੇ ਨਾਲ ਚੱਲ ਰਿਹਾ ਸੀ। ਉਦੋਂ ਉਹਨਾਂ ਤੇ ਉਸ ਗੱਲ ਵੱਲ ਧਿਆਨ ਨਹੀਂ ਗਿਆ। ਸਿਰਫ ਇਹ ਗੁਰੂ ਘਰ ਸੀ ਜਿਹੜੇ ਸੰਘਰਸ਼ ਨੂੰ ਪ੍ਰਫੁੱਲਤ ਕਰਨ ਦੇ ਲਈ ਅਹਿਮ ਯੋਗਦਾਨ ਪਾ ਰਹੇ ਸਨ, ਤੇ ਉਸ ਯੋਗਦਾਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਉਹ ਜਥੇਬੰਦੀ ਜਿਹੜੀ ਗੁਰਦੁਆਰਾ ਨਾਮ ਦੀ ਜਥੇਬੰਦੀ ਹੈ, ਆਪਣੇ ਆਪ ਦੇ ਵਿੱਚ ਸੰਪੂਰਨ ਜਥੇਬੰਦੀ ਹੈ ਵਿਸ਼ਵ ਦੇ ਵਿੱਚ, ਉਸ ਦੇ ਉੱਤੇ ਜਿਹੜਾ ਹੈ ਫੁੱਲ ਸਟਾਪ ਲਾ ਦਿੱਤਾ ਗਿਆ। ਸੋ ਇਹਦੇ 'ਚ ਮੈਂ ਮਤਲਬ ਇੱਕ ਗੱਲ ਹੋਰ ਜਿਹੜੀ ਹੈ ਉਹ ਬੜੀ ਧਿਆਨ ਮੰਗਦੀ ਹੈ ਕਿ RSS, ਰਾਧਾ ਸੁਆਮੀ, ਗੁਰਮੀਤ ਰਾਮ ਦਾ ਸਰਸੇ ਵਾਲਾ ਡੇਰਾ, ਨੂਰ ਮਹਿਲ ਦਾ ਡੇਰਾ ਤੇ ਹੋਰ ਜਿੰਨੇ ਵੀ ਡੇਰੇ ਨੇ, ਨਕਲੀ ਨਿਰੰਕਾਰੀਆਂ ਦਾ ਡੇਰਾ, ਇਹਨਾਂ 'ਚ ਤਾਕਤ ਨਹੀਂ ਹੈ ਕੋਈ। ਨਾ ਤੁਹਾਡੇ ਨਾਲ ਇਹ ਬੌਧਿਕ ਤੌਰ ਦੇ ਉੱਤੇ ਲੜ ਸਕਦੇ ਨੇ, ਜ਼ੁਬਾਨ ਦੇ ਤੌਰ ਦੇ ਉੱਤੇ ਦਲੀਲ ਦੇ ਨਾਲ ਲੜ ਸਕਦੇ ਨੇ, ਨਾ ਸਰੀਰਕ ਰੂਪ ਦੇ ਵਿੱਚ ਲੜ ਸਕਦੇ ਨੇ। ਇਹ ਲੜਦੇ ਨੇ ਸਾਡੇ ਨਾਲ ਸਰਕਾਰ ਦੀ ਸਹਾਇਤਾ ਲੈ ਕੇ। ਸਰਕਾਰ ਇਹਨਾਂ ਨੂੰ ਸਹਾਇਤਾ ਕਰਦੀ ਹੈ, ਪੁਲਿਸ ਇਹਨਾਂ ਦੇ ਨਾਲ, ਸਟੇਟ ਦੀ ਪੁਲਿਸ ਇਹਨਾਂ ਦੇ ਨਾਲ ਚੱਲਦੀ ਹੈ ਜਿੱਥੇ ਜ਼ੁਲਮ ਕਰਨਾ ਹੁੰਦਾ। ਪੁਲਿਸ ਦੇ ਅਫਸਰ, ਪੁਲਿਸ ਦੇ ਜਿਹੜੇ ਗੁੰਡੇ ਨੇ, ਪੁਲਿਸ ਦੇ ਜਿਹੜੇ ਮੁਲਾਜ਼ਮ ਨੇ, ਉਹ ਇਹਨਾਂ ਦੇ ਨਾਲ ਸਿਵਲ ਵਰਦੀ ਦੇ ਵਿੱਚ, ਇਹਨਾਂ ਦੇ ਸ਼ਰਧਾਲੂਆਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਤਾਕਤ ਮੁਹੱਈਆ ਕਰਾਉਂਦੇ ਨੇ। ਇਹਨਾਂ ਨੂੰ ਹੋਰ ਅਸੀਂ ਦੇਖਦੇ ਹਾਂ ਕਿ ਜਿਹੜਾ ਖਤਰਾ ਹੈ ਭਾਰਤ ਨੂੰ, ਉਹ ਮੁਸਲਮਾਨਾਂ ਤੋਂ ਕੋਈ ਖਤਰਾ ਨਹੀਂ ਹੈ। ਮੁਸਲਮਾਨ ਤਾਂ ਆਪਣੇ ਵਹਾਅ ਦੇ ਨਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚਾਰੇ ਭੁੱਖ ਨਾਲ ਲੜ ਰਹੇ ਨੇ, ਬਹੁਤ ਗਰੀਬੀ ਹੈ ਮੁਸਲਮਾਨਾਂ ਦੇ ਵਿੱਚ। ਮੁਸਲਮਾਨਾਂ ਤੋਂ ਇੰਨਾ ਖਤਰਾ ਨਹੀਂ ਹੈ। ਮੁਸਲਮਾਨਾਂ ਦੇ ਜਿਹੜੇ ਕੰਟਰੀ ਨੇ, ਅਰਬ ਕੰਟਰੀ ਨੇ, ਉਹਨਾਂ ਦਾ ਭਾਰਤ ਨਾਲ ਵੱਖਰੇ ਕਿਸਮ ਦਾ ਇੱਕ ਤਾਲਮੇਲ ਹੈ। ਉਹ ਇੱਕ ਦੂਜੇ ਦੀ ਪੂਰਤੀ ਕਰਦੇ ਨੇ। ਜੇ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਜ਼ੁਲਮ ਹੋਊਗਾ ਤਾਂ ਅਰਬ ਕੰਟਰੀ ਧਮਕੀ ਦੇ ਦਿੰਦੇ ਨੇ, ਤਾਂ ਉੱਥੇ ਭਾਰਤ ਰੁਕ ਜਾਂਦਾ। ਉਹ ਵੱਖਰੀ ਤਰ੍ਹਾਂ ਦੀ ਸਫਬੰਦੀ ਹੈ, ਉਹਦੇ ਤੇ ਆਪਾਂ ਜ਼ਿਕਰ ਕਰਾਂਗੇ, ਇੱਕ ਵੱਖਰਾ ਮਜ਼ਮੂਨ ਹੈ। ਪਰ ਜਿਹੜਾ ਮੁੱਖ ਖਤਰਾ ਸਿਸਟਮ ਇਹ ਸਮਝਦਾ, ਸਿੱਖਾਂ ਤੋਂ ਸਮਝਦਾ। ਐਸੇ ਕਰਕੇ ਸਿੱਖਾਂ ਦੇ ਉੱਤੇ ਜ਼ਿਆਦਾ ਜ਼ੋਰ ਲੱਗਿਆ ਹੋਇਆ ਭਾਰਤ ਦਾ, ਇੰਡੀਅਨ ਗੌਰਮੈਂਟ ਦਾ ਸਿੱਖਾਂ ਤੇ ਸਾਰਾ ਜ਼ੋਰ ਚੱਲਦਾ ਹੈ। ਇਸੇ ਕਰਕੇ ਇਹ ਸਹੀ ਹੈ। ਇਸ ਨੂੰ ਅੱਜ ਸਮਝ ਜਾਓਗੇ ਤਾਂ ਚੰਗੀ ਗੱਲ ਹੋਏਗੀ। ਆਉਣ ਵਾਲੇ ਦਿਨਾਂ 'ਚ ਸਾਨੂੰ ਸਮਝਣਾ ਤਾਂ ਪੈਣਾ ਹੀ ਹੈ। ਤੇ ਜਿਹੜੀ ਗੱਲ ਮੈਂ ਸੁਣੀ ਹੈ ਅੱਗੇ ਤੋਂ ਅੱਗੇ, ਉਹਦੇ ਵੱਲ ਧਿਆਨ ਦਿਓ ਕਿ 3 ਜ਼ੋਨਾਂ ਦੇ ਵਿੱਚ ਮਾਝਾ, ਮਾਲਵਾ, ਦੁਆਬਾ, ਪੰਜਾਬ ਨੂੰ ਵੰਡਣ ਬਾਰੇ ਵਿਚਾਰ ਵਟਾਂਦਰਾ ਹੋਇਆ ਇੱਕ ਮੀਟਿੰਗ ਦੇ ਵਿੱਚ ਦਿੱਲੀ 'ਚ, ਕਿ ਪੰਜਾਬ ਦੀਆਂ 3 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਜਾਣ। ਤੇ ਇਹ ਕਿੱਥੋਂ ਤੱਕ ਇਸ ਨੂੰ ਲਾਗੂ ਕੀਤਾ ਜਾ ਸਕਦਾ, ਕਿਵੇਂ ਕੀਤਾ ਜਾ ਸਕਦਾ, ਆਉਣ ਵਾਲੇ ਦਿਨਾਂ 'ਚ ਇਹਦੇ ਤੇ ਵਿਚਾਰ ਕਰਾਂਗੇ। SYL ਦਾ ਜਿਹੜਾ ਫੈਸਲਾ ਉਹ ਪੰਜਾਬ ਦੇ ਖਿਲਾਫ ਤਕਰੀਬਨ ਲਿਖਿਆ ਜਾ ਚੁੱਕਾ, ਤੇ ਇਸ ਨੂੰ ਸੁਣਾਉਣਾ ਬਾਕੀ ਹੈ ਜੱਜ ਵੱਲੋਂ। ਤੇ ਖਬਰਦਾਰ ਰਹਿਣਾ ਇਹਨਾਂ ਸਾਰੀਆਂ ਗੱਲਾਂ ਬਾਰੇ, ਤੇ ਜ਼ੁਲਮ ਤੋਂ ਤੇ ਹੋਰ ਜਿਹੜਾ ਨੀਤੀਆਂ ਨੇ ਸਰਕਾਰ ਦੀਆਂ, ਉਹਨਾਂ ਤੋਂ ਅਸੀਂ ਖਬਰਦਾਰ ਰਹਿਣਾ, ਆਪਣੇ ਆਪ ਨੂੰ ਬਚਾਉਣਾ। ਤੇ ਸੋਸ਼ਲ ਮੀਡੀਆ ਤੇ ਜਿੰਨੇ ਸਾਡੇ ਵੀਰ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਅਕਾਊਂਟ ਆ ਜਿਹੜਾ ਉਹ ਸੇਫ ਕਰਨ, ਤੇ ਬਦਲਵੇਂ ਨਾਵਾਂ ਥੱਲੇ ਜਾਂ ਆਪਣੀ ਤਸਵੀਰ ਲਾਉਣ ਤੋਂ ਗੁਰੇਜ਼ ਕਰਿਆ ਕਰੋ। ਤੇ ਜਿਵੇਂ ਉਹ ਚੱਲਦੇ ਨੇ ਉਵੇਂ ਹੀ ਚੱਲਣ ਦੀ ਤੁਸੀਂ ਵੀ ਕੋਸ਼ਿਸ਼ ਕਰੋ। ਬਦਲਵੇਂ ਨਾਵਾਂ ਦੇ ਉੱਤੇ ਵੀ ਤੁਸੀਂ ਚਲਾ ਸਕਦੇ ਹੋ, ਫੋਟੋ ਵੀ ਬਦਲ ਸਕਦੇ ਹੋ ਉਹਦੇ ਤੇ। ਇਹ ਤਕਨੀਕ ਹੋ ਸਕਦੀ ਹੈ ਕਿਉਂਕਿ ਤੁਸੀਂ ਆਜ਼ਾਦੀ ਦੇ ਪਰਵਾਨੇ ਹੋ, ਤੇ ਇਸ ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ। ਘੱਟ ਜਾਣਕਾਰੀ ਆਪਣੇ ਪਰਿਵਾਰਾਂ ਦੀ ਪਾਇਆ ਕਰੋ, ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਨਹੀਂ ਚਾਹੀਦੀ। ਸੋ ਧਿਆਨ ਰੱਖਿਆ ਕਰੋ ਹਰ ਇੱਕ ਤਰੀਕੇ ਨਾਲ। ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਟਾਕਿੰਗ ਪੰਜਾਬ ਹੈ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਇੱਕ ਹੋਰ ਵਿਲੱਖਣ ਤੇ ਮਹੀਨ ਕਿਸਮ ਦੇ ਜਿਹੜੇ ਮਜ਼ਮੂਨ ਤੇ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ। ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ। ਹੱਸਦੇ ਰਹੋ, ਵਸਦੇ ਰਹੋ, ਸੋਚਵਾਨ ਰਹੋ, ਆਪਣੀ ਸੋਚ ਨੂੰ ਤਿੱਖਾ ਰੱਖੋ, ਸੋਚਦੇ ਰਹੋ ਪੰਜਾਬ ਬਾਰੇ, ਪੰਜਾਬ ਦੀ ਆਜ਼ਾਦੀ ਬਾਰੇ, ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਬਾਰੇ, ਪੰਜਾਬ ਦੇ ਪਾਣੀਆਂ ਬਾਰੇ, ਮਿੱਟੀ ਬਾਰੇ। ਤੇ
ਰੱਬ ਰਾਖਾ। ਹੱਸਦੇ ਵਸਦੇ ਰਹੋ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਵਾਹਿਗੁਰੂ ਜੀ ਕੀ ਫਤਿਹ।